हाँ जी, जिमें कि ਆਪਾਂ ਹੁਣ तक बेसिक्स कर लिया सारे ग्रुप थ्योरी ਦੇ। मतलब ਆਪਾਂ ਨੂੰ ਇੱਦਾਂ ਪਤਾ ਲੱਗ ਗਿਆ ਵੀ ਕਿੱਦਾਂ ਆਪਾਂ ਪੁਆਇੰਟ ਗਰੁੱਪ ਕੱਢਦੇ ਹਾਂ ਕਿਸੇ ਮੋਲੀਕਿਊਲ ਦਾ, ਕਿੱਦਾਂ ਉਹਦੇ ਡਿਫਰੈਂਟ ਐਲੀਮੈਂਟਸ ਕੱਢਦੇ ਹਾਂ ਜਾਂ ਡਿਫਰੈਂਟ ਐਲੀਮੈਂਟਸ ਕੱਢਣ ਤੋਂ ਬਾਅਦ ਕਿਵੇਂ ਪੁਆਇੰਟ ਗਰੁੱਪ ਆਪਾਂ ਅਸਾਈਨ ਕਰਦੇ ਹਾਂ ਕਿਸੇ ਮੋਲੀਕਿਊਲ ਨੂੰ। ਹੁਣ ਉਸ ਤੋਂ ਬਾਅਦ ਜੋ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਵੀ ਗਰੁੱਪ ਥਿਊਰੀ ਕੈਮਿਸਟਰੀ ਦੇ ਵਿੱਚ ਕਿੱਦਾਂ ਯੂਜ਼ ਹੁੰਦੀ ਆ। ਆਪਾਂ ਦੇਖ ਲਿਆ ਵੀ ਹਾਂ ਆਪਾਂ ਗਰੁੱਪ मतलब किमें कढ़ सकते हैं किसी मॉलीक्यूल का। हुण मॉलीक्यूल का ग्रुप कढ़ना, ग्रुप फाइंड आउट करना, ठीक है, वो तो पहला स्टैप है ग्रुप थ्योरी दे विच भी आपां नूं मॉलीक्यूल का पॉइंट ग्रुप पता लग गया। उस तो बाद आपां उहदियां प्रॉपर्टीज़ किवें स्टडी करनियां ने, ठीक है, वो सारा कुछ जिहड़ा हुण आपां वो स्टार्ट करन जा रहे हैं। तो इहदे विच सब तो पहले जिहड़ी चीज़ आउंदी आ वो आउंदी आ ऑर्डर। आपां पहलां भी कर लिया सीगा। तो ऑर्डर जिहड़ा है वो की हुंदा है भी एक पॉइंट ग्रुप है जिहड़ा ਉਹਦੇ ਵਿੱਚ जिन्ने नंबर ऑफ सिमेट्री एलीमेंट्स ने भी ਉਹਦੇ ਵਿੱਚ किन्ने सिमेट्री एलीमेंट्स ने ਜਿਹੜੇ ਪ੍ਰੈਜੈਂਟ ਨੇ, ठीक है। तो जिन्ने सिमेट्री एलीमेंट्स ਹੋਣਗੇ ਉਹੀ ਉਸ ਗਰੁੱਪ ਦਾ ਆਰਡਰ ਹੈ। ਇਹਨੂੰ ਆਪਾਂ ਸਮੋਲ ਐਚ ਦੇ ਨਾਲ ਡਿਨੋਟ ਕਰਦੇ ਹਾਂ, ਠੀਕ ਹੈ। ਕਦੇ ਨਾਲ ਡਿਨੋਟ ਕਰਦੇ ਹਾਂ ਸਮੋਲ ਐਚ ਦੇ ਨਾਲ। ਇਹਦੇ ਨਾਲ ਹੁਣ ਜਿਵੇਂ ਕੋਈ ਪੁਆਇੰਟ ਗਰੁੱਪ ਹੈ ਆਪਣੇ ਕੋਲ ਜਿਹਦੇ ਵਿੱਚ ਐਲੀਮੈਂਟਸ ਨੇ E, C2, सिग्मा V डैश, ठीक है, 4 एलीमेंट्स ने तो ਇਹਦਾ ਆਰਡਰ ਕਿੰਨਾ ਹੋ ਗਿਆ 4, ठीक है। ਪੁਆਇੰਟ ਗਰੁੱਪ ਆਪਣੇ ਕੋਲ D2H ਦਾ ਆਪਾਂ ਨੂੰ ਪਤਾ ਵੀ D ਵਾਲੇ ਜਿਹੜੇ DNH हो गया या DND हो गया उन्हों का ऑर्डर कितना होंदा गा 4n, ठीक है। तो इतने n कितना 2, तो 4n कितना हो गया 8, ठीक है। तो 8 का ऑर्डर होगा। एलीमेंट किहड़े ने, एक E, C2 2 ये परपेंडिकुलर, एक सिग्मा H, एक I, एक सॉरी 2 सिग्मा V वर्टिकल, ठीक है। तो उस तो बाद जिहड़ा पॉइंट ग्रुप है C3V, ਹੁਣ ਜਿਹੜਾ C3V है ਉਹਦਾ ਆਰਡਰ ਕਿੰਨਾ 6 ਇਹਦੇ ਵਿੱਚ ਆ ਐਲੀਮੈਂਟਸ ਹੁੰਦੇ, ਠੀਕ ਹੈ। ਤਾਂ ਇਹ ਸਿੰਪਲੀ ਕੀ ਹੈ ਆਰਡਰ ਆਫ ਅ ਪੁਆਇੰਟ ਗਰੁੱਪ, ਠੀਕ ਹੈ, ਆਰਡਰ ਆਫ ਅ ਗਰੁੱਪ ਜਾਂ ਆਰਡਰ ਆਫ ਅ ਪੁਆਇੰਟ ਗਰੁੱਪ। ਨੈਕਸਟ ਜੋ ਹੈ ਇਹ ਮਤਲਬ ਇੱਥੋਂ ਜੋ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। ਇਹ ਬਹੁਤ ਮਤਲਬ ਵਧੀਆ ਰੋਲ ਪਲੇ ਕਰਨੀਆਂ, ਬਹੁਤ ਵਧੀਆ ਅਤੇ ਬਹੁਤ ਛੋਟਾ ਰੋਲ ਹੈ ਵੈਸੇ ਇਹਨਾਂ ਦਾ, ਪਰ ਜੇ ਇਹ ਚੀਜ਼ਾਂ ਆਪਾਂ ਨੂੰ ਪਤਾ ਹੁੰਦੀਆਂ ਨੇ ਪ੍ਰੋਪਰਲੀ ਤਰੀਕੇ ਨਾਲ ਵੀ ਇਹ ਹੈ ਕੀ ਹੈ ਐਕਚੁਅਲੀ ਇਹਨਾਂ ਦਾ ਕੰਮ ਕੀ ਹੈ, ਫਿਰ ਆਪਣੇ ਵਾਸਤੇ ਗਰੁੱਪ ਥਿਊਰੀ ਬਹੁਤ ਆਸਾਨ ਹੋ ਜਾਂਦੀ ਹੈ। ਜਿਵੇਂ ਆਪਣੇ ਕੋਲ ਹੈ ਸਭ ਤੋਂ ਪਹਿਲਾਂ ਕਲਾਸਿਸ ਆਫ ਅ ਪੁਆਇੰਟ ਗਰੁੱਪ, ਠੀਕ ਹੈ। ਹੁਣ ਕਲਾਸ ਕੀ ਹੈ ਇਹਨੂੰ ਸਮਝਣ ਦੇ ਵਾਸਤੇ ਨਾ ਆਪਾਂ ਪਹਿਲਾਂ ਇੱਕ BF3 ਮੋਲੀਕਿਊਲ ਲੈਂਦੇ ਹਾਂ। BF3 ਦੀ ਆਪਾਂ ਬਣਾਉਂਦੇ ਹਾਂ ਇੱਕ ਸਟਰਕਚਰ ਬਣਾ ਲੈਂਦੇ ਹਾਂ BF3 ਦਾ, ਠੀਕ ਹੈ। ਹੁਣ ਇਹਦੇ ਵਿੱਚੋਂ ਦੇਖੋ ਆਪਣੇ ਕੋਲ ਮੈਂ ਬਣਾਉਣ ਜਾ ਰਿਹਾ ਇੱਥੇ C2 ਐਕਸਿਸ ਬਣਾਈ ਸੀ ਨਾ ਆਪਾਂ ਇਹਦੇ ਵਿੱਚ। ਇੱਕ ਤਾਂ ਇਹਦੇ ਵਿੱਚ ਦੇਖੋ ਆ C2 ਹੈ, ਠੀਕ ਹੈ। एक ਇਹਦੇ ਵਿੱਚ ਆ ਵਾਲੀ C2 ਹੈ, ਇੱਕ ਇਹਦੇ ਵਿੱਚ ਹੈ ਆ ਵਾਲੀ C2, ਤਿੰਨ ਇਹਦੇ ਵਿੱਚ C2 ਨੇ ਆਪਾਂ ਨੂੰ ਪਤਾ ਹੈ, ਠੀਕ ਹੈ। ਹੁਣ ਵਰਡਿਸ ਕਲਾਸ ਤੇ ਆਉਂਦੇ ਆਪਾਂ ਇਹ ਜਿਹੜੀਆਂ ਤਿੰਨੇ C2 ਨੇ, ਠੀਕ ਹੈ, C2 ਨੇ ਜਿਹੜੀਆਂ ਆਪਣੇ ਕੋਲੇ ਇਹ ਆਪਾਂ ਨੂੰ ਪਤਾ ਵੀ ਜੇ ਆਪਾਂ ਆ C2 है जी इनू इस प्लेन दे विच जेहड़े प्लेन दे विच मॉलीक्यूल पिया इस प्लेन दे विच आपां 120 डिग्री ते रोटेट कर दिए इस साइड नू, ठीक है, या इस साइड नू, चाहे इधर नू कर दो चाहे इधर नू कर दो, जिस साइड नू मर्जी 120 ते रोटेट कर दो इस आ वाली C2 नू, ठीक है। तो दूसरी C2 दे विच कन्वर्ट हो जू तां ਇਹਨੂੰ कर दो चाहे इधर ਨੂੰ ਚਾਹੇ ਇੱਧਰ ਨੂੰ, ਇਹ ਇੱਧਰ ਨੂੰ ਕਰਾਂਗੇ ਇਹ 'ਚ ਆ ਜੂਗੀ, ਇਹਨੂੰ ਕਰਾਂਗੇ ਇੱਧਰ ਭੱਜ ਜੂਗੀ, ਇਹੀ ਇਸੇ ਤਰ੍ਹਾਂ ਇੱਧਰ ਇਹ ਇੱਧਰ ਚਲੀ ਜਾਊ 120 'ਤੇ ਜਦੋਂ ਇਹਨਾਂ ਨੂੰ ਰੋਟੇਟ ਕਰਦੇ ਪਲੇਨ ਦੇ ਵਿੱਚ, ਠੀਕ ਹੈ। ਤਾਂ ਕਲਾਸ ਕੀ ਹੈ ਇਹੋ ਜਿਹੇ ਸਾਰੇ ਸਿਮੈਟਰੀ ਐਲੀਮੈਂਟਸ ਜਿਹੜੇ ਸਿੰਪਲ ਆਪਰੇਸ਼ਨ ਦੇ ਨਾਲ, ਠੀਕ ਹੈ, ਇੱਕ ਦੂਸਰੇ 'ਚ ਇੰਟਰ ਕਨਵਰਟ ਹੋ ਜਾਣ। ਜਿਵੇਂ ਇਹਨਾਂ ਨੂੰ ਆਪਾਂ 120 'ਤੇ ਰੋਟੇਟ ਕੀਤਾ ਸਿੰਪਲੀ, ਇਹ ਇੱਕ ਦੂਸਰੇ ਦੇ ਵਿੱਚ ਆ C2 ਹੈ ਜਿਹੜੀ ਇੱਧਰ ਨੂੰ ਘੁਮਾਈ ਇੱਥੇ ਆ ਗਈ, ठीक है, आ C2 इत्थे चली गई, आ C2 इत्थे चली गई, ठीक है। तिन्ना ने अपनी अपनी एक दूजी की पोजीशन जी है वो ले ली, पर रही तो तिन्ने C2 ना। ये चीज़ है मतलब मेन है क्या यह जे सारे एलीमेंट्स इत्थे मैं लिखे उपर। सब तो पहले तो जोड़े कंजुगेट होण, कंजुगेट किहड़े हुंदे आ, ठीक है। कंजुगेशन आपां मतलब पढ़ी सी डेफिनेशन दे विच, उहनूं मैं दुबारे इन्ना नहीं वो करदा क्योंकि इहदा अपने कोल बहुता काम है नहीं गा, ठीक है। कंजुगेट होण पहली गल तां, दूसरी चीज़ भी कन्वर्ट हो जान एक दूसरे दे विच, कोई ट्रांसफॉर्मेशन आपां करिए उहदे नाल एक दूसरे च कन्वर्ट हो जान, जां फिर, ठीक है, या कि है इत्थे भी एक लीनियर होण, ठीक है। जिवें कई थावां ते आपां देखदे हां S6 आउंदी है
ਉਹ ਕਿਹਦੇ ਨਾਲ ਆ ਜਾਂਦੀ ਆ C3 ਦੇ ਨਾਲ। ਹੁਣ ਆਪਾਂ S6 ਨੂੰ ਜਦੋਂ ਸੋਲਵ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਐਲੀਮੈਂਟ ਜਿਹੜਾ ਬਣਿਆ ਸੀਗਾ, ਠੀਕ ਹੈ, ਉਹ C3 ਬਣ ਗਿਆ ਸੀਗਾ, ਠੀਕ ਹੈ। ਉਸੇ ਤਰੀਕੇ ਨਾਲ ਹੀ ਕਈ ਇੱਦਾਂ ਦੇ ਹੁੰਦੇ ਨੇ ਜਿਹੜੇ ਇੱਕ ਦੂਸਰੇ ਦੇ ਵਿੱਚ ਕਨਵਰਟ ਹੋ ਜਾਂਦੇ ਨੇ, ਜਾਂ ਫਿਰ ਜਿਹੜੇ ਕਲੀਨੀਅਰ ਹੋਣ, ਜਾਂ ਤਾਂ ਕਿਸੇ ਟਰਾਂਸਫੋਰਮੇਸ਼ਨ ਨਾਲ ਕਨਵਰਟ ਹੋ ਜਾਣ ਜਾਂ ਕਲੀਨੀਅਰ ਹੋਣ, ਠੀਕ ਹੈ। ਇੱਦਾਂ ਦੀਆਂ ਜਿਹੜੀਆਂ ਸਾਰੀਆਂ ਸਿਮੈਟਰੀ ਐਲੀਮੈਂਟਸ ਹੋਣਗੇ, ਜਿਵੇਂ ਹੁਣ ਆਹ C2 ਹੈ, ਠੀਕ ਹੈ। ਜੇ ਇਸੇ ਮੋਲੀਕਿਊਲ ਦੇ ਵਿੱਚ ਆਪਾਂ ਦੁਬਾਰੇ ਦੇਖੀਏ, ਚਲੋ ਇੱਧਰ ਨੂੰ ਬਣਾ ਲੈਂਦੇ ਹਾਂ, ਠੀਕ ਹੈ। ਆਪਾਂ ਨੂੰ ਪਤਾ ਵੀ ਸਿਗਮਾ ਪਲੇਨਸ ਹੁੰਦੇ ਨੇ ਇੱਥੇ। ਸਿਗਮਾ ਪਲੇਨ ਜਿਹੜਾ ਇੱਕ ਤਾਂ ਆ ਪਿਆ, ਠੀਕ ਹੈ, ਇੱਕ ਸਿਗਮਾ ਪਲੇਨ ਆਹ ਵਾਲਾ ਲੈ ਲਓ, ਠੀਕ ਹੈ। ਤੀਸਰਾ ਸਿਗਮਾ ਪਲੇਨ ਆ ਪਿਆ ਆਪਣਾ, ਠੀਕ ਹੈ। ਹੁਣ ਆਹ ਤਿੰਨੇ ਸਿਗਮਾ ਪਲੇਨ ਵੀ ਆਪਾਂ ਨੂੰ ਪਤਾ ਵੀ ਜੇ ਆਪਾਂ 123 ਨੂੰ ਇੱਥੇ ਰੋਟੇਟ ਕਰ ਦਈਏ, ਆ ਇੱਥੇ ਚਲੇ ਜਾਊ, ਆ ਇੱਥੇ ਆ ਜਾਊਗਾ, ਇੱਥੇ ਆ ਜਾਊਗਾ, ਠੀਕ ਹੈ। ਤਾਂ ਇਹ ਸਿਗਮਾ ਪਲੇਨ ਵੀ ਇੰਟਰ ਕਨਵਰਟ ਹੋ ਸਕਦੇ, ਤਾਂ ਇਹ ਵੀ ਜਿਹੜੇ ਹੈਗੇ ਆ ਇਹ ਇੱਕ ਉਹਦੇ ਵਿੱਚ ਹੋਣਗੇ, ਇੱਕ ਕਲਾਸ ਦੇ ਵਿੱਚ ਹੋਣਗੇ, ਠੀਕ ਹੈ। ਤਾਂ ਇਹ 'ਚ ਸਾਰੇ ਐਲੀਮੈਂਟ ਜਿਹੜੇ ਇੱਕ ਦੂਸਰੇ 'ਚ ਇੰਟਰ ਕਨਵਰਟ ਹੋ ਸਕਦੇ ਆ ਸਿੰਪਲ ਟਰਾਂਸਫੋਰਮੇਸ਼ਨਾਂ ਲਾ ਕੇ, ਉਹ ਸਾਰੇ ਸੇਮ ਕਲਾਸ ਦੇ ਵਿੱਚ ਹੋਣਗੇ, ਠੀਕ ਹੈ। ਪਹਿਲਾਂ ਗਰੁੱਪਾਂ ਦਾ, ਗਰੁੱਪ ਦੇ ਵਿੱਚ ਆਪਾਂ ਇਹੋ ਜਿਹੇ ਐਲੀਮੈਂਟ ਲੱਭਣੇ ਜਿਹੜੇ ਇੱਕੋ ਤਰ੍ਹਾਂ ਦੇ ਨੇ, ਠੀਕ ਹੈ। ਜਿਹੜੇ ਇੱਕੋ ਤਰ੍ਹਾਂ ਦੇ ਐਲੀਮੈਂਟਸ ਨੇ ਉਹ ਸੇਮ ਕਲਾਸ ਦੇ ਵਿੱਚ ਆਉਣਗੇ। ਨੈਕਸਟ ਰੂਲਸ ਨੇ, ਹੁਣ ਕਈ ਰੂਲਸ ਨੇ ਜਿਨ੍ਹਾਂ ਦੇ ਨਾਲ ਆਪਾਂ ਕਲਾਸ ਡਿਸਕਸ ਕਰਨੀ ਹੈ ਵੀ ਇਹਨਾਂ ਦੀ ਕਲਾਸ ਸੇਮ ਹੋਊਗੀ ਜਾਂ ਡਿਫਰੈਂਟ ਹੋਊਗੀ। ਪਹਿਲਾ ਰੂਲ ਜਿਹੜਾ ਹੈ, ਆਈ ਜਿਹੜਾ ਹੈ ਇਨਵਰਜਨ ਸੈਂਟਰ, ਉਹ ਹਮੇਸ਼ਾ ਹੀ ਅਲੱਗ ਗਰੁੱਪ ਦੇ ਅਲੱਗ ਕਲਾਸ ਦੇ ਵਿੱਚ ਹੋਊਗਾ, ਠੀਕ ਹੈ। ਸਿਗਮਾ H ਹੈ ਜਿਹੜਾ, ਉਹ ਹਮੇਸ਼ਾ ਅਲੱਗ ਕਲਾਸ ਦੇ ਵਿੱਚ ਹੋਊਗਾ। ਦੋ ਤਾਂ ਹੋ ਗਏ, ਠੀਕ ਹੈ, ਸਾਈਡ 'ਤੇ। ਹੁਣ ਇਸ ਤੋਂ ਬਾਅਦ ਆ ਜਾਂਦੀ ਹੈਗੀ ਪ੍ਰੋਪਰ ਐਕਸਿਸ। ਪ੍ਰੋਪਰ ਐਕਸਿਸ ਜਿੱਥੇ ਵੀ ਆ ਗਈ ਤਾਂ ਉੱਥੇ CN ਉਹਦੀ ਪਾਵਰ M, ਠੀਕ ਹੈ, ਅਤੇ CN ਦੀ ਪਾਵਰ N-M ਜਿਹੜੀਆਂ ਇਹ ਹੋਣਗੀਆਂ ਵਿਲ ਬੀ ਇਨ ਦਾ ਸੇਮ ਕਲਾਸ। ਜਿਵੇਂ ਫੋਰ ਐਗਜ਼ਾਮਪਲ ਲੈਣੇ ਆਪਾਂ, ਜਿਵੇਂ CN ਆਪਣੇ ਕੋਲ ਹੈਗੀ ਆ C3, ਠੀਕ ਹੈ। ਤਾਂ C3 ਦੇ ਵਿੱਚ M ਲੈ ਲਈ ਆਪਾਂ ਇੱਥੇ 1, ਠੀਕ ਹੈ। ਤਾਂ C3 1 ਬਣ ਗਈ ਇੱਥੇ, ਤਾਂ ਹੁਣ ਇਹ ਕੀ ਬਣ ਗਈ C3 3 - 1, ਠੀਕ ਹੈ। 3 - 1 ਇਹ ਕੀ ਹੋ ਗਈ, 3 - 1 2, C3 2। ਤਾਂ C3 1 ਅਤੇ C3 2 ਨੇ ਜਿਹੜੀਆਂ, ਇਹ ਦੋਨੇ ਸੇਮ ਕਲਾਸ ਦੇ ਵਿੱਚ ਹੋਣਗੀਆਂ। ਆਪਾਂ ਨੂੰ ਪਤਾ ਵੀ ਸੇਮ ਦੇ ਵਿੱਚ ਹੁੰਦੀਆਂ ਨੇ, ਠੀਕ ਹੈ। ਜਿਵੇਂ ਆਪਾਂ ਉੱਪਰ ਕੀ ਲਿਖਿਆ ਸੀ, ਆਹ 2C3, ਇਹ ਕਿਹੜੀ ਹੁੰਦੀ ਹੈ C3 1 C3 2, ਹੈ ਨਾ। ਤਾਂ ਇਸੇ ਤਰ੍ਹਾਂ ਹੀ ਇਹ ਦੋਨੇ ਜਿਹੜੀਆਂ ਨੇ ਸੇਮ ਕਲਾਸ ਦੇ ਵਿੱਚ ਹੋਣੀਆਂ। ਹੁਣ ਜਿਵੇਂ C4 ਲੈ ਲਿਆ, C4 1 ਅਤੇ C4 4 - 1, ਉਹ ਕੀ ਬਣ ਗਿਆ C4 3, ਠੀਕ ਹੈ। ਇਹ ਦੋਨੇ ਜਿਹੜੀਆਂ ਨੇ ਸੇਮ ਕਲਾਸ ਦੇ ਵਿੱਚ ਹੋਣਗੀਆਂ। ਪਰ C4 2 ਹੈ ਜਿਹੜਾ ਆਪਣੇ ਕੋਲ ਇੱਕ ਹੋਰ ਐਲੀਮੈਂਟ ਰਹਿ ਗਿਆ ਇਹਦੇ ਵਿੱਚ, ਇਹ ਤਿੰਨ ਹੁੰਦੇ ਨੇ C4 1 C4 2 C4 3, ਹੈ ਨਾ। ਤਾਂ ਆਹ ਦੋਨੇ ਤਾਂ ਸੇਮ ਕਲਾਸ ਦੇ ਵਿੱਚ ਹੋ ਗਏ। ਜਿਹੜਾ ਆਹ ਇਹਦਾ ਕੀ ਬਣ ਗਿਆ, ਇਹ ਬਣ ਗਿਆ ਆਪਣੇ ਕੋਲ C2। C4 ਕਿੰਨਾ ਹੁੰਦਾ 90 ਦੀ ਪਾਵਰ 2, ਮਤਲਬ ਇੱਕ ਵਾਰੀ 90, ਦੂਜੀ ਵਾਰੀ 180 ਅਤੇ ਕਿੰਨਾ ਬਣ ਗਿਆ C2, ਠੀਕ ਹੈ। ਤਾਂ ਇਹ ਜਿਹੜਾ ਹੈ ਇਹ ਅਲੱਗ ਕਲਾਸ ਦੇ ਵਿੱਚ ਹੋਊਗਾ। ਇਹ ਚੀਜ਼ ਦਾ ਧਿਆਨ ਰੱਖਣਾ, ਤਾਂ ਹੀ ਕਰਕੇ ਉਹਨਾਂ ਨੇ ਲਿਖਿਆ ਵੀ CN ਦੀ ਪਾਵਰ M ਅਤੇ CN ਦੀ ਪਾਵਰ N-M ਜਿਹੜੇ ਨੇ ਉਹ ਸੇਮ ਕਲਾਸ ਦੇ ਵਿੱਚ ਹੋਣਗੇ, ਠੀਕ ਹੈ। ਨੈਕਸਟ ਹੈ, ਜੇ ਸਿਗਮਾ V ਅਤੇ ਸਿਗਮਾ D ਪ੍ਰੈਜੈਂਟ ਨੇ ਆਪਣੇ ਕੋਲ, ਤਾਂ ਦੋਨੇ ਅਲੱਗ-ਅਲੱਗ ਕਲਾਸਿਸ ਦੇ ਵਿੱਚ ਹੋਣਗੇ। ਮਤਲਬ ਸਿਗਮਾ V ਸਾਰੇ ਇਕੱਠੇ ਹੋਣਗੇ, ਸਿਗਮਾ D ਸਾਰੇ ਇਕੱਠੇ ਹੋਣਗੇ, ਪਰ ਹੋਣਗੇ ਅਲੱਗ-ਅਲੱਗ। ਮਤਲਬ ਸਿਗਮਾ V ਅਲੱਗ, ਸਿਗਮਾ D ਅਲੱਗ, ਠੀਕ ਹੈ। ਹੁਣ ਜਦੋਂ ਇਹ ਪ੍ਰੋਪਰ ਐਕਸਿਸ ਆ ਗਈ, ਸੇਮ ਉੱਪਰਲੇ ਨਾਲ ਦਾ SN ਦੀ ਪਾਵਰ M ਅਤੇ SN ਦੀ ਪਾਵਰ N-M ਜਿਹੜੇ ਨੇ ਉਹ ਸੇਮ ਕਲਾਸ ਦੇ ਵਿੱਚ ਹੋਣਗੇ, ਠੀਕ ਹੈ। ਇੰਨਾ ਕੁ ਜਿਹੜਾ ਹੈ ਆਪਣੀਆਂ ਕਲਾਸ ਦਾ ਕੰਮ ਹੈ। ਹੁਣ ਅੱਗੇ ਇਹਦੇ ਵਿੱਚ ਐਗਜ਼ਾਮਪਲਸ ਆ ਜਾਂਦੀਆਂ ਨੇ, ਕਲਾਸ ਦੀਆਂ ਐਗਜ਼ਾਮਪਲਸ ਵੀ। ਕਲਾਸ ਆਪਾਂ ਕਿਵੇਂ ਅਲੱਗ-ਅਲੱਗ ਕਰ ਸਕਦੇ ਹਾਂ। ਜਿਵੇਂ ਹੁਣ ਆਪਣੇ ਕੋਲ ਪੁਆਇੰਟ ਗਰੁੱਪ ਹੈ C2V, ਠੀਕ ਹੈ। ਸਭ ਤੋਂ ਸਿੰਪਲ ਹੈ C2 ਸਿਗਮਾ XZ ਸਿਗਮਾ YZ, ਠੀਕ ਹੈ। 4 ਐਲੀਮੈਂਟਸ ਨੇ, ਚਾਰੇ ਦੇ ਚਾਰੇ ਜਿਹੜੇ ਡਿਫਰੈਂਟ ਕਲਾਸਿਸ ਦੇ ਵਿੱਚ ਨੇ। ਆਪਾਂ ਕਿਸੇ ਨੂੰ ਵੀ ਇੱਕ ਦੂਸਰੇ ਦੇ ਵਿੱਚ ਜਿਹੜਾ ਹੈ ਉਹ ਕਨਵਰਟ ਨਹੀਂ ਕਰ ਸਕਦੇ, ਠੀਕ ਹੈ। ਤਾਂ ਜਿਹੜਾ ਹੈ ਸਾਰੇ ਹੁਣ X ਹੈ ਜਿਹੜੀ, ਉਹ ਤਾਂ ਪਹਿਲਾਂ ਡਿਫਰੈਂਟ ਕਲਾਸ ਦੇ ਵਿੱਚ ਹੀ ਆਊਗੀ, ਠੀਕ ਹੈ। E ਜਿਹੜਾ ਹੈ ਉਹ ਡਿਫਰੈਂਟ ਕਲਾਸ ਦੇ ਵਿੱਚ ਆਊਗਾ, ਸਿੰਪਲ ਜਿਹੜਾ ਸਭ ਤੋਂ ਹੈ। ਹੁਣ ਐਕਸਿਸ ਨੂੰ ਸਿਗਮੇ ਦੇ ਵਿੱਚ ਨਹੀਂ ਕਨਵਰਟ ਕਰ ਸਕਦੇ, ਨਾ ਹੀ E ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸਿਗਮੇ ਦੋਨੇ ਅਲੱਗ ਹੋਣਗੇ। ਹੁਣ ਸਿਗਮੇ ਦੋਨੇ ਜਿਹੜੇ ਨੇ ਉਹ ਸੇਮ ਕਲਾਸ ਦੇ ਵਿੱਚ ਹੋਣਗੇ ਜਾਂ ਡਿਫਰੈਂਟ 'ਚ, ਇਹ ਦੇਖਣ ਵਾਸਤੇ ਆਪਾਂ ਕੀ ਕਰਾਂਗੇ, ਵਾਟਰ ਦੀ ਐਗਜ਼ਾਮਪਲ ਲਵਾਂਗੇ। ਇੱਕ ਸਿਗਮਾ ਜਿਹੜਾ ਇਕੱਲਾ ਆਕਸੀਜਨ ਨੂੰ ਹਾਫ ਕਰਦਾ, ਇੱਕ ਸਿਗਮਾ ਜਿਹੜਾ ਆਕਸੀਜਨ ਅਤੇ ਹਾਈਡਰੋਜਨ ਦੋਨਾਂ ਨੂੰ ਹਾਫ ਕਰਦਾ, ਤਾਂ ਦੋਨੇ ਅਲੱਗ-ਅਲੱਗ ਹੋਣਗੇ, ਠੀਕ ਹੈ। ਤੇ ਸਾਰੇ ਸਿਗਮਾ ਜਿਵੇਂ ਆਪਾਂ BF3 ਦੇ ਵਿੱਚ ਦੇਖਿਆ ਸੀ, ਹੈ ਨਾ, ਇਹ 'ਚ ਹਰੇਕ ਸਿਗਮਾ ਇੱਕ ਬੋਰੋਨ ਅਤੇ ਇੱਕ ਫਲੋਰੀਨ ਨੂੰ ਹਾਫ ਬਣਦਾ, ਠੀਕ ਹੈ। ਆਹ ਇੱਧਰਲੀ ਬੋਰੋਨ ਅਤੇ ਫਲੋਰੀਨ ਨੂੰ ਹਾਫ ਕਰਦਾ, ਇਹ ਬੋਰੋਨ ਅਤੇ ਇੱਧਰਲੇ ਫਲੋਰੀਨ ਨੂੰ ਹਾਫ ਕਰਦਾ। ਤਾਂ ਤਿੰਨੇ ਇੱਕ ਦੋ ਐਟਮਾਂ ਨੂੰ ਹਾਫ ਕਰਦੇ ਨੇ, ਠੀਕ ਹੈ। ਪਰ ਇਹਦੇ ਵਿੱਚ ਇੱਦਾਂ ਨਹੀਂ ਹੁੰਦਾ। ਇੱਕ ਪਲੇਨ ਇਕੱਲੀ ਆਕਸੀਜਨ ਨੂੰ ਹਾਫ ਕਰਦਾ, ਦੂਸਰਾ ਪਲੇਨ ਤਿੰਨਾਂ ਐਟਮਸ ਨੂੰ ਹਾਫ ਕਰਦਾ। ਤਾਂ ਦੋਨੇ ਅਲੱਗ-ਅਲੱਗ ਕਲਾਸਿਸ ਦੇ ਵਿੱਚ ਹੋਣਗੇ, ਅਤੇ ਦੋਨਾਂ ਨੂੰ ਇੰਟਰ ਕਨਵਰਟ ਵੀ ਨਹੀਂ ਕਰ ਸਕਦੇ ਆਪਾਂ,
जिवें पॉइंट ग्रुप है टैट्राहेड्रल ਉਹਦੇ ਵਿੱਚ ਕਿਹੜੀਆਂ ਕਲਾਸਿਸ ਹੁੰਦੀਆਂ ਨੇ E हो गया 8C3 ਹੋ ਗਈਆਂ ਉਹਦੇ ਵਿੱਚ 4C3 1 4C3 2 ठीक है 3C2 ਉਹਦੇ ਪਰਪੈਂਡੀਕੂਲਰ ਨੇ ਜਿਹੜੀਆਂ ਉਹ ਅੱਡ ਹੋ ਗਈਆਂ। ਉਸ ਤੋਂ ਬਾਅਦ 6S4 S4 ਦੇ ਵਿੱਚ 2 ਐਲੀਮੈਂਟਸ ਹੁੰਦੇ ਆ 3S4 1 ਤੇ 3S4 3 मतलब 3S4 1 ਹੋਣਗੀਆਂ 3S4 3 ਹੋਣਗੀਆਂ ਟੋਟਲ ਮਿਲਾ ਕੇ ਇਹ 6 ਬਣ ਗਈਆਂ। ठीक है ਹੁਣ ਆ ਸੀਗਾ ਨਾ SN ਦੀ ਪਾਵਰ M ਤੇ SN ਦੀ ਪਾਵਰ N - M ठीक है 4 - 1 3 ਆ ਗਿਆ 6 सिग्मा D ਉਹ ਸਾਰੇ ਜਿਹੜੇ सिग्मा D ਨੇ ਇਕੱਠੇ ਹੋਣਗੇ ਇੱਕੋ ਕਲਾਸ ਦੇ ਵਿੱਚ ਹੋਣਗੇ। ਇਸੇ ਤਰ੍ਹਾਂ ਟੋਟਲ ਕਲਾਸਿਸ ਕਿੰਨੀਆਂ ਹੋ ਗਈਆਂ 5। ਤਾਂ ਇਸੇ ਤਰ੍ਹਾਂ ਆਕਟਾਹੈਡਰਲ ਦੇ ਵਿੱਚ ਟੋਟਲ ਕਲਾਸਿਸ ਕਿੰਨੀਆਂ ਹੋ ਜਾਣਗੀਆਂ 10। ठीक है ਇਹ ਤੁਸੀਂ ਦੇਖ ਲਿਓ। ਉਸ ਤੋਂ ਬਾਅਦ ਜਦੋਂ ਆਪਾਂ ਨਾ ਕਰੈਕਟਰ ਟੇਬਲ ਕਰਨੇ ਆ ਅੱਗੇ ਜਾ ਕੇ ਤਾਂ ਉੱਥੇ ਹੀ ਸਾਰਾ ਕੁਛ ਇਹ ਸਾਰੇ ਕੁਛ ਦੀ ਲੋੜ ਪਊਗੀ। ਠੀਕ ਹੈ ਜਿੰਨੀਆਂ ਕਲਾਸਿਸ ਹੋਣਗੀਆਂ ਉਨੀ ਕਾਲਮਸ ਬਣਨਗੇ ਕਰੈਕਟਰ ਟੇਬਲ ਦੇ ਵਿੱਚ। ਨੈਕਸਟ ਹੈ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਆਫ ਸਿਮੈਟਰੀ ਐਲੀਮੈਂਟ। ਇਹ ਥੋੜ੍ਹਾ ਜਿਹਾ ਇੰਪੋਰਟੈਂਟ ਹੈ ਟੌਪਿਕ। ठीक है थोड़ा जिहा ज़्यादा इंपॉर्टेंट है मतलब इदां कह लो भी CSIR नैट ਦੇ ਵਿੱਚ ਜਿਹੜੇ ਕੁਐਸਚਨਸ ਆਉਂਦੇ ਨੇ ਉਹ ਜ਼ਿਆਦਾਤਰ ਇਹਦੇ ਵਿੱਚੋਂ ਹੀ ਆਉਂਦੇ ਨੇ ਇਸ ਟੌਪਿਕ ਦੇ ਨਾਲ ਰਿਲੇਟਡ ਆਉਂਦੇ ਨੇ। ਅਤੇ ਮੋਰਓਵਰ ਜਿਹੜਾ ਇਹ ਟੌਪਿਕ ਹੈ ਜਿਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਲੈਣੇ ਆ ਤਾਂ ਜੋ ਬੇਸਿਕਸ ਨੇ ਨਾ ਮਤਲਬ ਜਿੰਨਾ ਮਰਜ਼ੀ ਔਖੇ ਤੋਂ ਔਖਾ ਕੁਐਸਚਨ ਆ ਜਾਏ ਠੀਕ ਹੈ ਇਹਨੂੰ ਯੂਜ਼ ਕਰਕੇ ਆਪਾਂ ਉਹਨੂੰ 1-2 ਮਿੰਟਾਂ ਦੇ ਵਿੱਚ ਹੀ ਸੋਲਵ ਕਰ ਸਕਦੇ ਹਾਂ। ਇਹ ਇਹੋ ਜਿਹੀ ਚੀਜ਼ ਹੈ ਤਾਂ ਉਹਦੇ ਲਈ ਹੈ ਕੀ ਆ। ਹੁਣ ਦੇਖੋ ਮਤਲਬ ਇਹਨੂੰ ਸਮਝਣ ਦੇ ਲਈ ਕੀ ਕਰਨਾ ਆਪਾਂ ਪਹਿਲਾਂ ਇੱਕ ਗੱਲ ਹੈ ਆਪਣੇ ਕੋਲ ਵੀ ਜਿਵੇਂ ਹੁਣ ਆਪਾਂ ਹੁਣ ਤੱਕ ਵੀ ਕੀਤਾ ਸੀ ਜਿਵੇਂ ਆਪਾਂ ਨੂੰ ਮੰਨ ਲਓ C ਲਾਉਣਾ ਪੈ ਗਿਆ S ਜਿਵੇਂ ਆਪਾਂ ਸਿੰਪਲੀ S ਕੱਢਣੀ ਹੈ ਨਾ SN ਫਾਈਂਡ ਆਊਟ ਕਰਨੀ ਹੈ ਤਾਂ ਆਪਾਂ ਪਹਿਲਾਂ ਉਹਦੇ ਉੱਪਰ CN ਲਾਵਾਂਗੇ ਫਿਰ ਉਹਦੇ ਪਰਪੈਂਡੀਕੂਲਰ ਪਲੇਨ ਦੇਖਾਂਗੇ ਉਹ ਪਲੇਨ ਦੇ ਵਿੱਚ ਉਹਦੀ ਰਿਫਲੈਕਸ਼ਨ ਦੇਖਾਂਗੇ। ਠੀਕ ਹੈ ਸਿੰਪਲੀ ਇਹੋ ਜਿਹੀਆਂ ਜਿਹੜੀਆਂ ਹੁਣ ਇਹੋ ਜਿਹੇ ਪ੍ਰੋਸੀਜਰਸ ਨੇ ਨਾ ਉਹ ਬਹੁਤ ਜ਼ਿਆਦਾ ਲੈਂਥੀ ਨੇ ਪਹਿਲੀ ਗੱਲ ਤਾਂ। ਦੂਸਰੀ ਚੀਜ਼ ਵੀ ਇਹੋ ਜਿਹੇ ਪ੍ਰੋਸੀਜਰ ਲੈਂਥੀ ਦੇ ਨਾਲ ਗਲਤੀਆਂ ਦੇ ਚਾਂਸਿਸ ਵੀ ਬਹੁਤ ਜ਼ਿਆਦਾ ਰਹਿੰਦੇ ਆ। ਠੀਕ ਹੈ ਆਪਾਂ ਨੂੰ ਇਹ ਵੀ ਦੇਖਣਾ ਪੈਂਦਾ ਵੀ ਹਾਂ ਇਹ ਜਿਹੜੀ ਸਫੀਅਰ ਹੈ ਇਹ ਜਿਵੇਂ ਮੰਨ ਲਓ ਕੋਈ ਐਗਜ਼ਾਮਪਲ ਲਈ ਆ ਉਹਦੇ ਵਿੱਚ ਕੋਈ ਸਫੀਅਰ ਹਾਈਡਰੋਜਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਠੀਕ ਹੈ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਇਹ ਸਫੀਅਰ ਕਿਹੜੇ ਜਿਹੜਾ ਹੈ ਆਪਣਾ ਸਿਮੈਟਰੀ ਐਲੀਮੈਂਟ ਲਾਉਣ ਤੋਂ ਬਾਅਦ ਇਹਦਾ ਨੀਚੇ ਵਾਲਾ ਸਾਈਡ ਉੱਪਰ ਆਈ ਜਾਂ ਉੱਪਰ ਵਾਲੀ ਸਾਈਡ ਨੀਚੇ ਗਈ। ਠੀਕ ਹੈ ਇਹ ਚੀਜ਼ਾਂ ਵੀ ਬੇਸਿਕਲੀ ਆਪਾਂ ਨੂੰ ਦੇਖਣੀਆਂ ਪੈਂਦੀਆਂ ਨੇ ਪਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਟਾਈਮ ਵੀ ਬਹੁਤ ਲੱਗਦਾ ਅਤੇ ਗਲਤੀਆਂ ਦੇ ਚਾਂਸਿਸ ਵੀ ਰਹਿੰਦੇ ਮਤਲਬ ਜੇ ਆਪਾਂ ਇੱਕ ਵੀ ਆਈਟਮ ਛੱਡਤਾ ਠੀਕ ਹੈ ਜਿਹਦਾ ਆਪਾਂ ਨੀਚੇ ਵਾਲੀ ਸਾਈਡ ਉੱਪਰ ਲੈ ਲਈ ਉੱਪਰਲੀ ਸਾਈਡ ਨੀਚੇ ਲੈ ਲਈ ਤਾਂ ਉਹ ਸਾਰਾ ਆਪਣਾ ਕੁਐਸਚਨ ਗਲਤ ਹੈ। ਠੀਕ ਹੈ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਹੈ ਆਪਾਂ ਕੀ ਕੀਤਾ ਮੈਟ੍ਰਿਕਸ ਬਣਾਏ ਸਿਮੈਟਰੀ ਐਲੀਮੈਂਟਸ ਦੇ। ਠੀਕ ਹੈ ਤਾਂ ਸਿਮੈਟਰੀ ਐਲੀਮੈਂਟਸ ਦੇ ਜਦੋਂ ਮੈਟ੍ਰਿਕਸ ਬਣਾਏ ਤਾਂ ਉਹਦੇ ਵਿੱਚ ਕੀ ਹੈ ਕੋਆਰਡੀਨੇਟਸ ਲੈ ਲਏ X Y Z। ਠੀਕ ਹੈ ਅਤੇ ਪਰਪੈਂਡੀਕੂਲਰ ਐਕਸਿਸ ਸਿਸਟਮ ਲੈ ਲਿਆ ਉਹਦੇ ਵਿੱਚ ਕੋਆਰਡੀਨੇਟਸ ਲੈ ਲਏ X Y Z। ਉਹ ਜਿਹੜੇ ਤਿੰਨੇ ਕੋਆਰਡੀਨੇਟਸ ਨੇ ਉਹਨਾਂ ਦੇ ਵਿੱਚ ਕੀ ਟਰਾਂਸਫੋਰਮੇਸ਼ਨਾਂ ਆਈਆਂ ਜਦੋਂ ਆਪਾਂ ਕੋਈ ਸਿਮੈਟਰੀ ਐਲੀਮੈਂਟ ਲਗਾਉਂਦੇ ਹਾਂ। ਠੀਕ ਹੈ ਜਿਵੇਂ ਆਪਾਂ C2 ਕੀਤਾ ਜਾਂ CN ਕੀਤਾ ਪ੍ਰੋਪਰ ਐਕਸਿਸ ਯੂਜ਼ ਕੀਤੀ ਤਾਂ ਉਹਦੇ ਵਿੱਚ ਕੀ ਟਰਾਂਸਫੋਰਮੇਸ਼ਨ ਆਈ। ਜੇ ਆਪਾਂ ਸਿਗਮਾ ਯੂਜ਼ ਕੀਤਾ ਤਾਂ ਕੀ ਟਰਾਂਸਫੋਰਮੇਸ਼ਨਸ ਆਈਆਂ। ਜਦੋਂ ਆਪਾਂ I ਕੀਤਾ ਤਾਂ ਕੀ ਟਰਾਂਸਫੋਰਮੇਸ਼ਨਸ ਆਈਆਂ। ਉਹ ਸਾਰੀਆਂ ਚੀਜ਼ਾਂ ਆਪਾਂ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਲਿਖਦੇ ਹਾਂ ਤਾਂ ਉਹ ਜਿਹੜਾ ਮੈਟ੍ਰਿਕਸ ਬਣਦਾ ਉਸੇ ਮੈਟ੍ਰਿਕਸ ਨੂੰ ਆਪਾਂ ਕਹਿੰਦੇ ਹਾਂ ਟਰਾਂਸਫੋਰਮੇਸ਼ਨ ਮੈਟ੍ਰਿਕਸ ਜਾਂ ਸਿੰਪਲੀ ਮੈਟ੍ਰਿਕਸ ਰਿਪਰੈਜ਼ੈਂਟੇਸ਼ਨ ਆਫ ਸਿਮੈਟਰੀ ਐਲੀਮੈਂਟ। ਤਾਂ ਇਹਦੇ ਬਣਾਉਣ ਦੇ ਵਾਸਤੇ ਆਪਾਂ ਡੈਰੀਵੇਸ਼ਨਾਂ ਨਹੀਂ ਕਰਨੀਆਂ ਇਹਨਾਂ ਦੀਆਂ। ਜੇ ਕਿਸੇ ਨੂੰ ਡੈਰੀਵੇਸ਼ਨ ਚਾਹੀਦੀ ਹੋਊਗੀ ਠੀਕ ਹੈ ਤਾਂ ਉਹ ਦੱਸ ਦਿਓ ਮੈਂ ਭੇਜ ਦੂੰਗਾ ਡੈਰੀਵੇਸ਼ਨ ਜਾਂ ਫਿਰ ਇੱਦਾਂ ਕਰੂੰਗਾ ਮੈਂ ਜਿਹੜਾ ਲਿੰਕ ਪਾਊਂਗਾ ਵੀਡੀਓ ਦੇ ਵਿੱਚ ਨਾਲ ਹੈ ਨਾ ਉੱਥੇ ਇਹਦੀ PDF ਫਾਈਲ ਬਣਾ ਕੇ ਅਪਲੋਡ ਕਰ ਦੂੰਗਾ। ਉੱਥੋਂ ਪਾਰਟ A B ਬਣਾ ਕੇ ਕਰ ਦੂੰਗਾ ਉੱਥੋਂ ਡਾਊਨਲੋਡ ਕਰ ਲਿਓ ਜਿਹਨੂੰ ਵੀ ਇਹਦੀ ਡੈਰੀਵੇਸ਼ਨ ਚਾਹੀਦੀ ਹੋਈ। ਠੀਕ ਹੈ ਵੈਸੇ ਡੈਰੀਵੇਸ਼ਨ ਇੰਨੀ ਇੰਪੋਰਟੈਂਟ ਹੈ ਨਹੀਂ ਰਿਜ਼ਲਟਸ ਇੰਪੋਰਟੈਂਟ ਨੇ। ਹੁਣ ਆਪਣੇ ਕੋਲ ਰਿਜ਼ਲਟਸ ਕੀ ਨੇ ਰਿਜ਼ਲਟਸ ਦੇ ਜਿਹੜੇ ਆਪਣੇ ਕੋਲ ਇਹ ਨੇ ਵੀ ਸਭ ਤੋਂ ਪਹਿਲਾਂ CN। ਠੀਕ ਹੈ CN ਐਕਸਿਸ ਜੇ Z ਡਾਇਰੈਕਸ਼ਨ ਦੇ ਵਿੱਚ ਆਪਾਂ ਲੈਣੀ ਆ। ਇਹ ਗੱਲ ਦਾ ਧਿਆਨ ਰੱਖਣਾ ਵੀ ਇਸ ਡਾਇਰੈਕਸ਼ਨ ਕਿਹੜੀ ਲੈਣੀ ਆ Z ਐਕਸਿਸ ਦੇ ਵਿੱਚ ਲੈਣੀ ਆ X ਐਕਸਿਸ ਦੇ ਵਿੱਚ ਲੈਣੀ ਆ ਜਾਂ Y ਐਕਸਿਸ ਦੇ ਵਿੱਚ ਲੈਣੀ ਆ ਜਿਹੜੀ ਲੈਣੀ ਆ। ਠੀਕ ਹੈ ਇਹ ਗੱਲ ਦਾ ਧਿਆਨ ਰੱਖਿਓ ਵੀ ਜੇ ਆਪਾਂ Z ਐਕਸਿਸ ਦੇ ਥਰੂ ਘੁਮਾ ਰਹੇ ਹਾਂ ਨਾ Z ਐਕਸਿਸ ਦੇ ਅਲੋਂਗ ਘੁਮਾ ਰਹੇ ਹਾਂ ਤਾਂ Z ਐਕਸਿਸ ਚੇਂਜ ਨਹੀਂ ਹੋਊਗੀ Z ਵਾਲਾ 1 ਹੀ ਰਹੂਗਾ ਹਮੇਸ਼ਾ। ਠੀਕ ਹੈ ਤਾਂ ਆ X ਨੂੰ ਰਿਪਰੈਜ਼ੈਂਟ ਕਰਦਾ ਆ Y ਨੂੰ ਆ Z ਨੂੰ ਤਾਂ ਇਹ ਤਿੰਨ ਚੀਜ਼ਾਂ ਰਿਪਰੈਜ਼ੈਂਟ ਕਰਦੀਆਂ ਇਹ ਗੱਲ ਦਾ ਧਿਆਨ ਰੱਖਣਾ। ਠੀਕ ਹੈ ਹੁਣ ਉਸ ਤੋਂ ਬਾਅਦ ਦੇਖਣਾ ਵੀ ਕਲੌਕਵਾਈਜ਼ ਹੈ ਜਾਂ ਐਂਟੀ ਕਲੌਕਵਾਈਜ਼ ਹੈ। ਠੀਕ ਹੈ ਜਿਹੜਾ ਐਂਟੀ ਕਲੌਕਵਾਈਜ਼ ਹੈ ਉਹਦੇ ਵਿੱਚ ਕੀ ਹੋਊਗਾ cos θ - sin θ 0 sin θ cos θ 0 0 0 1। ਠੀਕ ਹੈ ਜੇ ਤੁਹਾਡੇ ਕੋਲੇ ਕਲੌਕਵਾਈਜ਼ ਹੈ ਠੀਕ ਹੈ ਕਲੌਕਵਾਈਜ਼ ਕੀ ਕਰਨਾ ਇਹਦਾ ਸਿੰਪਲੀ ਟਰਾਂਸਪੋਜ਼ ਲੈ ਲੈਣਾ। ਟਰਾਂਸਪੋਜ਼ ਕੀ ਹੁੰਦਾ ਇਹਦੀ ਜਿਹੜੀ ਕਾਲਮ ਹੈ ਇਹਦਾ ਠੀਕ ਹੈ ਆਹ ਕਾਲਮ ਹੈ ਇਹਦੀ ਰੋ ਬਣ ਜੂਗੀ ਜਿਹੜੀ ਇਹਦੀ ਇੱਦਾਂ ਰੂ ਹੈ ਉਹ ਇਹਦਾ ਕਾਲਮ ਬਣ ਜੂਗਾ। ਤਾਂ ਬਣਿਆ ਕਿ ਦੇਖੋ ਮਾਈਨਸ ਸਾਈਨ ਇੱਥੇ ਆ ਗਿਆ ਸਾਈਨ ਉੱਥੇ ਚਲਾ ਗਿਆ ਬਾਕੀ 0 0 ਇੰਟਰਚੇਂਜ ਕੀਤੀ ਤਾਂ ਸੇਮ ਹੀ ਰਹਿ ਗਿਆ। ਆਹ ਇਹਦਾ
क्लॉकवाइज है, आह जिहड़ा है एंटी क्लॉकवाइज है। ठीक है, इस चीज़ का ध्यान रखना है। थीटा इज इक्वल टू 360/n वो अपने कोल उदा ही है। आइडेंटिटी के विच आपां नूं पता भी कोई चेंज भी नहीं होंदा तो 1 1 1 रह जूगा। ठीक है, क्योंकि कोई भी चेंज नहीं होंदा ना एक्स ना वाई ना जैड, तो तिन्ने 1 1 1 रह जाएंगे। उस तो बाद इनवर्जन सेंटर देखते हैं जो तो तिन्ने इंटरचेंज होंगे। ठीक है, एक गल का होर ध्यान रखियो, 1 का मतलब है भी पोजीशन भी नहीं चेंज हुई तो वो साइड भी नहीं चेंज हुई। मतलब जो स्फीयर में दो पार्ट्स के डिवाइड कर लिए, अपर साइड उपर ही है, लोअर साइड नीचे ही है। ठीक है, जो -1 आता तो अपर साइड उपर, लोअर साइड नीचे। ठीक है, ये चीज़ा आउणगियां। तो हुण क्योंकि इत्थे आपां एक्स वाई जैड देख रहे हैं। ठीक है, तो जो जे 1 आता तो एक्स एक्स ते ही पिया, जे -1 आता तो एक्स -x ते चला गया। जिवें वाई नूं देखते हैं तो वाई जे 1 आता तो वाई 1 ते ही है। ठीक है, जे वाई -y आ गया तो वाई -y ते चला गया। ठीक है, जिवें अपनी कोल आ लाइन है, मैंने बता भी आप इनवर्जन देखनी है आ पॉइंट दी। ठीक है, आ एक्स एक्सिस है, आह -x एक्सिस है, आ वाई होगी, आ -y होगी। आप यदी इनवर्जन देखनी है इस प्लेन दे विच, आ जिहड़ा प्लेन है अपने कोल। ठीक है, इदा पिया प्लेन जिहड़ा उपर नूं आ रहा है, ये प्लेन है। ये जो इनवर्जन देखा तो जिन्ने यूनिट्स इधर नूं उन्ने यूनिट्स ही इधर नूं पॉइंट लग जूगा जाके। तो आ पॉइंट जो अपने को x1 है तो आ पॉइंट किया जूगा -x1। इस तरह जो y है वो की बन जू -y, जो z है वो की बन जू -z। तो इनवर्जन के की होगा -1 -1 -1, तिन्ने जोड़े ने उन्होंने साइन चेंज हो जाता। ठीक है, उस तो बाद रिफ्लैक्शन के की आऊगा अपने को रिफ्लैक्शन के देखो जिमें आप XY प्लेन लिया। ठीक है, मान लो XY प्लेन लिया, हुण x ते y जोड़े ने वो तो दोनों एक्सिसां के उपर ही पिया प्लेन, वो तो चेंज ही नहीं होणगे। चेंज किहड़ा होगा जिहड़ा तीसरा रह गया। ठीक है, ये चीज़ का ध्यान रखना, क्योंकि जो आप आ प्लेन ले रहे हैं, ठीक है, आ वाला प्लेन चाहे कह लो भी Z उपर नूं आ रही है। ठीक है, इदा जो आप आ प्लेन ले रहे हैं तो Z ते Y तो उत्थे फिक्स ही ने, उन्होंने तो प्लेन हैगा ही है। तो चेंज की होया कला X। जो आप XY ले रहे हैं तो Z चेंज होगा। ये चीज़ याद रखियो भी जिथे प्लेन आ गया, जो XY है तो Z चेंज होगा, जो YZ है तो X चेंज होगा, जो XZ है तो Y चेंज होगा। ठीक है, तो हुण जिवें XY है इत्थे की चेंज होगा Z, तो XY 1 1 रह गए, Z की आ गया -1। ठीक है, YZ है जिहड़े उहदे विच X नहीं हैगा तो X -1 हो गया, दूजे दोने 1 1 रह गए। XZ दे विच Y नहीं हैगा तो Y -1 होगा, दूजे दोने 1 1 रह गए। ठीक है, हुण नैक्सट की है इम्प्रॉपर एक्सिस। इम्प्रॉपर एक्सिस नूं वैसे एज इट इज़ याद रखने की लोड़ नहीं, ये तुहानूं इत्थों भी याद रह जूगा। ठीक है, जिवें हुंदी की है CN मल्टीप्लाइड बाय सिग्मा H। हुण CN लईए तुसीं Z। ठीक है, ये परपेंडिकुलर प्लेन किहड़ा होगा, Z दे विच की नहीं हैगा X ते Y, तो परपेंडिकुलर की होगा सिग्मा XY। ठीक है, आ चीज़ देखो तो आ चीज़ देखो, इन्हां दोनों की गुणा कर दो। जो दोनों की गुणा करांगे ना चेंज की होगा कुछ भी नहीं, क्योंकि ये 1 1 ने फर्क कितने सिर्फ -1 तो। हुण -1 जिहड़ा है जो गुणा होगी ना ये तो सिर्फ जिहड़ा आ वाला है इत्थे -1 आ जाऊगा, बाकी सारा सेम रह जाऊगा। ठीक है, तो ध्यान दिओ एंटी क्लॉकवाइज SNZ। ठीक है, cos थीटा माइनस sin थीटा cos थीटा, ये उवें ही है जिवें उपर सीगा। देखो cos थीटा माइनस sin थीटा cos थीटा। ठीक है, फर्क कितने पिया जिथे माइनस आ गया Z की थां ते। तो जे Z है तो Z की थां ते माइनस आ जाऊगा, जे Y है तो Y की थां ते माइनस आ जाऊगा, जे X है तो X की थां ते माइनस आ जाऊगा। बस आ फर्क पऊगा। जे क्लॉकवाइज है तो इदा आ जाऊगा। ठीक है, माइनस साइन इत्थे लावांगे आपां। अलग अलग किताबों अलग अलग यूज़ करते हैं, जो एंटी क्लॉकवाइज है तो इदा, जो क्लॉकवाइज है तो इदा। C2 दे विच कोई फर्क नहीं पऊगा। ठीक है, उपरलियां जिहड़ियां एक्सिस ने उन्हां दे विच जिहड़ा है चेंज हो जाऊगा, बाकी कोई एडा इशू नहीं हैगा। ठीक है, जिवें आपां एग्जाम्पल्स कर लेने, जिवें मान लो 2 एग्जाम्पल कर लेने। पहली जी एग्जाम्पल है अपने को C2 दी लैने, Z एक्सिस दे विच आपां C2 जे लईए तो थीटा आपां नूं पता 180 हो जाऊगा 360/2। ठीक है, 180। हुण cos 180 कितना हुंदा -1, sin 180 कितना हुंदा 0। ठीक है, इन्हां दी वैल्यूज पुट करनियां ने, -1 0 0 0 -1 0 0 0 1। ठीक है, हुण चाहे इनू क्लॉकवाइज ले लो चाहे इनू एंटी क्लॉकवाइज ले लो। ठीक है, मतलब जिवें तुहाडे कोले इदा लाइन है। ठीक है, चाहे तुसी इधर दी घूम के 180 ले लो, चाहे तुसी इधर दी घूम के 180 ले लो, आना तो तुसी उस पॉइंट ते है। ठीक है, तो चाहे तुसी क्लॉकवाइज ले लो चाहे एंटी क्लॉकवाइज ले लो, मैट्रिक्स सेम आऊगा। ठीक है, पुट करके देख लो वैल्यूज दोनों के विच आही मैट्रिक्स बनूगा। इत्थे मैं लिख भी दिता C2 1 = C2 -1। ठीक है, सो मैट्रिक्स आर सेम, दोनों मैट्रिक्स सेम होंगे चाहे क्लॉकवाइज लो चाहे एंटी क्लॉकवाइज। पर जिहड़ा C3 है, C3 की एग्जाम्पल लईए हुण अगली आपां
थीटा 120 हो गया, cos 120 -1/2 sin 120 √3/2। जो तुम क्लॉकवाइज लैने हो तो आ बनती है, जो एंटी क्लॉकवाइज लैने हो तो आ मैट्रिक्स जो है वो थोड़े को बनता। हुण देखो आ थोड़े को लाइन है, ठीक है, एक तो इतों शुरू करते हैं। जो तुम क्लॉकवाइज जाने हो, ठीक है, नीचे नूं आने हो तो थोड़ा 120 इत्थे बनता, ठीक है। जो तुम एंटी क्लॉकवाइज जाने हो इदा तो थोड़ा 120 कित्थे बनता, इत्थे, ठीक है। तो दोनों लाइनां अलग अलग ने, दोनों पॉइंट्स अलग अलग ने, तो मैट्रिक्स भी दोनों अलग अलग होणगे, ठीक है। तो यही चीज़ अपने को जिवें आपां कहा सी C31 एंड C32 दोनों डिफरेंट रिजल्ट दिंदियां ने, जो दोनों डिफरेंट रिजल्ट दिंदियां ने तां, ठीक है, मैट्रिक्स भी दोनों डिफरेंट होणगे। हुण C32 की आ अपने कोले, दैट इज C3-1। तो C32 तो C3-1 दोनों का जिहड़ा रिजल्ट है वो सेम होगा, मतलब दोनों का मैट्रिक्स सेम रहूगा। तो चाहे तुम C3-1 कर लो, मतलब आ लै लो, चाहे C32 लैके इतों इत्थे आ जाओ, तो आ पॉइंट सेम आता, ठीक है। तो C32 तो C3-1 दोनों का मैट्रिक्स सेम होगा, पर C31 तो C32 दोनों का मैट्रिक्स जोड़ा है वो डिफरेंट होगा। ये चीज़ समझ लियो ध्यान नाल, इहदी लोड़ पैनी है, ठीक है। जिवें हुण आपां अगे कैलकुलेशनस करते हैं, मतलब इन्हां दा काम की है, ਜਿਹੜੇ मैट्रिक्स ਆਪਾਂ ਕੀਤੇ ਇਹਨਾਂ ਦਾ ਕੰਮ ਕੀ ਆ ਅਸਲ ਦੇ ਵਿੱਚ, ਉਹ ਚੀਜ਼ ਆਪਾਂ ਹੁਣ ਕਰਨੀ ਹੈ। ਜਿਵੇਂ ਅਲੱਗ-ਅਲੱਗ ਕੈਲਕੂਲੇਸ਼ਨਸ ਆਪਾਂ ਇਹਨਾਂ ਦੇ ਨਾਲ ਕਰ ਸਕਦੇ ਹਾਂ, ਠੀਕ ਹੈ। ਜਿਵੇਂ ਆਪਾਂ ਕੀ ਕਰਾਂਗੇ, सब तो पहली एग्जाम्पल आप करते हैं रिफ्लैक्शन की, ठीक है। सब तो पहली एग्जाम्पल जी है, जो आप रिफ्लैक्शन लवांगे, मान लो आप जो प्लेन लिया XZ प्लेन लिया, XZ के रिफ्लैक्शन लैनी है। मैं पहला भी दस्या सी, जो XZ रिफ्लैक्शन लैनी है तो X उदा ही रह जूगा, Z उदा ही रह जूगा, पर जो Y है वो चेंज हो जूगा, ठीक है। आही चीज़ इतने हुई है, देखो X1 Y1 Z1 पॉइंट लिया आप, ठीक है। जो दो रिफ्लैक्शन ले ली तो वो की बन गया X1 -Y1 Z1, Y जोड़ा है वो -Y चेंज हो जूगा। आही इतने आया X1 -1 Y1 तो Z1, ठीक है। यहाँ आप इनू इदा भी लिख सकते हैं, X2 = X1 + 0 Y1 0 Z1, मतलब आ दोनों चेंज नहीं होए, X1 उवें रह गया, Y2 जोड़ा है वो इतने चेंज हो गया, ये माइनस का हो गया, आ दोनों 0 ही ने, ठीक है। Z2 के आ दोनों 0 ने, Z उवें रह गया, ठीक है। तो मतलब कहने का भाव है X2 तो Z2 उदा ही रह गए, जोड़ा Y2 है वो की बन गया -Y1, ठीक है। तो इनू आप इदा भी लिख सकते हैं, मैट्रिक्स आउंदा अपने को AX = B वाली फॉर्म होंगी है, ये AX = B, ठीक है। ये यूज़ करते हैं आप, ऐसे मैट्रिक्स सारे ने किया हुआ हुण तो मेडिकल नॉन मेडिकल दोनों ने, ठीक है। तो ये कोई दिक्कत नहीं आनी, वैसे इन्नी की लोड़ है यदि इनू आप सॉल्व नहीं करना अगे, आपां इन्नी की लोड़ है यदि जो इनू ये गुणा करांगे तो आही चीज़ बनूगी, ठीक है। गुणा करके देख लो, मतलब इनू जो ये गुणा करांगे ना तो 1 × X1, ठीक है, 0 × Y1 0 × Z1 = X2, ठीक है। तो इदा ही 0 × X1 -1 × Y1 0 × Z1, ठीक है, = Y2, ठीक है। इसी तरह 0 × X1 0 × Y1 1 × Z1 = Z2 आप, ठीक है। तो यही चीज़ बनूगी, बहुत कोई एडा कोई मतलब लोड़ नहीं हैगी आपां नूं इहदी इन्नी, बस समझ आनी चाहिए है भी है कि असल लोड़ आपां नूं इहदी पऊगी। हुण क्योंकि आप मैट्रिक्स 3x3 का 0 ही लिखनी है, इहदे विच तां वार-वार लिखण की लोड़ है ना, आपां सिंपली XYZ की फॉर्म दे विच ही उहनूं कॉलम फॉर्म इहनूं कहंदे आ, इहनूं कहंदे कॉलम फॉर्म, क्योंकि सिंगल कॉलम हुंदा इहदे विच, ठीक है। उहदे विच 3 कॉलम 3 रोज़ हुंदे ने, इहनूं आपां सिंपल कॉलम फॉर्म दे विच भी लिख सकदे हां X1 Y1 Z1। जे आपां सिग्मा XZ लाउने आ, XZ मतलब Y चेंज हो जूगा, तो आ चीज़ बन जूगी, ठीक है। जिवें आपां सिग्मा X, या फिर हुण अच्छा ये की है X1 तो X1 ही रह गया, Y1 Y1 ही रह गया, Z1 Z1 ही रह गया, फर्क कहदा पिया साइन का, वो भी एक, ठीक है। तो आप जो 1 मानते हैं तो ये 1 ही रह जूगा, आ 1 का -1 बन जूगा, आ 1 का 1 ही रह जूगा, ठीक है। तो इनू 1 1 1 1 -1 -1 भी कर सकते हैं आप इदा, ठीक है। क्यों इदा क्यों कर सकते हैं, क्योंकि आप जो लिया सीगा, देखो रिफ्लैक्शन प्लेन लिया सी ना, ये आप 1 1 1 लए सी सारे प्लेन्स के, ठीक है। तो इत्थे आप 1 ही लिखांगे, XYZ वार-वार लिखण की लोड़ नहीं हैगी, ठीक है। हुण हो दूसरी एग्जाम्पल आप एक मैं तुहानूं पहलां भी क्वेश्चन दिता सीगा, जो याद होवे तो बहुत थोड़ा जिहा औखा हो गया सी, क्योंकि उहदी स्फीयर्स भी चेंज करनियां पैणियां सी, उपरों नीचे नीचे उपर कलर करके, ठीक है। तो इन्हूं आपां इहदे नाल ही सॉल्व कर सकते हैं। हुण जिवें देखो S2 की हुंदा अपने कोले C2 × सिग्मा, उहदे परपेंडिकुलर सिग्मा है जिहड़ा, हुण C2 आपां ले लई Z, जे Z लईए आपां इत्थे तो ये की होगा Z उवें रह जूगा, दूजे दोनों चेंज हो जाएंगे, ठीक है। उस तो बाद ये परपेंडिकुलर प्लेन की होगा
Z है ये तो परपेंडिकुलर होगा एक्स वाई, ठीक है। जो एक्स वाई प्लेन लिया तो एक्स वाई दे की होगा, जोड़ा नहीं है वो चेंज हो जाऊगा, जोड़े है उदा ही रह जाएंगे, ठीक है। ये उल्ट होगा, हुण इत्थे एक्स वाई है तो एक्स वाई जोड़े इत्थे पे सी माइनस एक्स उवें रह गया, माइनस वाई उवें रह गया, Z का की हो गया माइनस Z, ठीक है। हुण जे तुसीं इहनूं छड्ड दो आ विचाले वाले नूं, इहनूं ते इहनूं देखो कंपेयर करो तो इन्हां दे विच फर्क की होया, ये जिहड़ा सारा ऑपरेशन आ हो गया ऑपरेशन आई दा इनवर्जन सेंटर, इनवर्जन दे विच तिन्ने नैगेटिव हो जाते हैं, ठीक है। कीता सी ना आपां इनवर्जन दे विच हुणे करके हटिया तिन्ने नैगेटिव हो जाते हैं, आ देखो -1 -1 -1, तो इनवर्जन जो तिन्ने नैगेटिव हो जाते हैं तो इत्थों प्रूव हो गया भी S2 = आई। तो जिहड़ियां यही कैलकुलेशनां ने बिल्कुल ही सिंपल 1 लाइन दियां बन जांदियां ने, जिहड़ियां आपां डायग्राम्स ड्रॉ करके करते हैं, तो जिन्हां दे विच डायग्राम्स दे विच बहुत ज़्यादा गलतियां भी होण दे चांसेस ने, ठीक है। नैक्सट है अपने कोले करैक्टर और ट्रेस ऑफ मैट्रिक्स, ठीक है। हम रिड्यूसिबल अगे जो रिप्रजेंटेशनस करांगे उत्थे इहदी लोड़ पऊगी। करैक्टर की हुंदा बेसिकली कोई अपने कोल मैट्रिक्स है, ठीक है, क्योंकि आप जो कॉलम फॉर्म लई आ उहदे विच सिर्फ डायगनल एलीमेंट्स ही लए ने, तो उन्हां डायगनल एलीमेंट्स का सम, ठीक है, जो 3x3 मैट्रिक्स है उहदे डायगनल है, जो डायगनल एलीमेंट्स ने तिन्ने उन्हां दा सम कर लीए जे आपां तो अपने कोल की बन जांदा करैक्टर, ठीक है। तो उस चीज़ में आपां की कहने करैक्टर या फिर ट्रेस, ठीक है। इनू मैट्रिक्स रिजल्ट भी कह देंगे ने, कई बारी मैट्रिक्स रिजल्ट भी कह देंगे ने। हुणे बनदा किवें, देखो अपने कोले CN सीगी Z सीगी, इहदे डायगनल वाले एलीमेंट्स जोड़ लो, डायगनल किहड़ा इहदा आह, ठीक है, जिहड़ा एक कॉर्नर तो दूसरे कॉर्नर जांदा, cos थीटा प्लस cos थीटा प्लस 1, cos थीटा तो cos थीटा की बन गया 2 cos थीटा प्लस 1, ठीक है। तो CN का एक्स की होगा 2 cos थीटा प्लस 1। एक गल होर, इनू वैसे तो ग्रीक लैटर साई नाल लिखते हैं, ठीक है, इदा मतलब आ लाइन सीधी मोड़ के जी, पर अजकल इनू एक्स नाल ही लिखा जाता, ठीक है। तो चाहे इनू साई नाल लिख लो, चाहे इनू एक्स नाल लिख लो, साई नाल या एक्स नाल, कुछ भी तुसीं लिख सकते हैं, ठीक है। हुण उस तो बाद आ जाता अपने कोले आइडेंटिटी। आइडेंटिटी दे विच की है, डायगनल नाल जोड़िया जो की बन गया 1 1 1 3, ठीक है। जो इनवर्जन में जोड़िया तो -1 -1 -1 एक ही बन गया -3, ठीक है। तो इस तरह ही आई दे विच x = -3, ई दे विच x = 3, ठीक है। नैक्सट आने जो आप रिफ्लैक्शन दे विच, रिफ्लैक्शन दे विच तिन्ने डायगनल एलीमेंट्स जोड़ लो, तिन्नां नूं जोड़ो, देखो की बनता 1 × 1 × -1, ठीक है। 1 तो -1 कैंसल हो गया, आ की हो गया 1, तो इत्थे भी सेम यही 1, इत्थे भी सेम यही 1, तो सिग्मा जिहड़ा है उहदा x = 1 होगा। नैक्सट SN दे विच जो डायगनल एलीमेंट्स जोड़ते हैं तो cos थीटा -1, ठीक है। तो 2 cos थीटा -1, चाहे किसी ने भी जोड़ लो, cos थीटा इत्थे माइनस एक माइनस रह गया सी, सच माइनस आऊगा, ठीक है। तो cos थीटा -1 cos थीटा -1 cos थीटा तो 2 cos थीटा -1 सारिਆਂ ਦੇ ਵਿੱਚ इदा ही आऊगा, ठीक है। 2 cos थीटा -1, तो SN तो CN ਦੇ ਵਿੱਚ फर्क की है, बस माइनस का CN ਦੇ ਵਿੱਚ 2 cos थीटा +1, SN ਦੇ ਵਿੱਚ 2 cos थीटा -1। ਹੁਣ ਜਿੰਨਾ थीटा होगा अपने कोले ਉੱਥੋਂ ਆਪਾਂ ਇਹਦੀ वैल्यू ਕੱਢ ਲਾਂਗੇ, ठीक है। जिवें अपने कोले C2 है, मान लो C2 ਦਾ ਕੱਢਣਾ सही, तो वो की होगा अपने को 2 cos 180 +1। हम cos 180 कितना होना -1, 2 × -1 +1, ठीक है, -2 +1 दैट इज -1, ठीक है। जो C3 का कढ़ना साई की होगा 2 cos 120 +1। हम 120 कितना होंगे cos 120, अब हमने किया सीगा पिछे cos 120 होंगे -1/2, ठीक है। तो 2 × -1/2 +1 कट गया, बन गया -1 +1 0, ठीक है। C2 का जोड़ा मैट्रिक्स रिजल्ट आ गया वो आ गया -1, C3 का मैट्रिक्स रिजल्ट की है 0, ठीक है। इदा ही आप बाकियों का भी है जोड़ा है वो कैलकुलेट कर सकते हैं। नैक्सट जोड़ा है अपने को नैक्सट है रिप्रजेंटेशन ऑफ अ ग्रुप। हम कोई भी ग्रुप है उन्होंने पर रिप्रजेंट किमें करें, मतलब उन्हें रिप्रजेंट करने का तरीका। हम आप इदा तो है नहीं भी सारे के सारे एलीमेंट्स दोबारे बार बार लिखी जावांगे, कोई शॉर्ट फॉर्म भी तो होंगी है ना उन्होंने रिप्रजेंट करने की। तो ये ना इन्हें समझने के लिए आप एक एग्जाम्पल लेने, मान लो वाटर का मॉलिक्यूल लिया, आप वाटर के मॉलिक्यूल अपने को 3 एटम्स ने, ठीक है, O तो 2 H, एक सिंगल O तो 2 H। हम आप करना छोटे तो छोटा आप लैके चलना,
ਐਕਸਪੈਂਡ ਬਾਅਦ ਦੇ ਵਿੱਚ ਕਰ ਦਾਂਗੇ। ਤਾਂ ਮੰਨ ਲਓ ਆਕਸੀਜਨ ਦਾ ਵੀ ਆਪਾਂ ਸਿਰਫ Px ਜਿਹੜਾ ਆਰਬਿਟਲ ਹੈ ਆਕਸੀਜਨ ਦੇ ਉੱਪਰ ਪਿਆ, ਸਿਰਫ ਉਹੀ ਆਰਬਿਟਲ ਕੰਸੀਡਰ ਕੀਤਾ। ਠੀਕ ਹੈ, ਆਪਾਂ ਨੂੰ ਪਤਾ ਆਕਸੀਜਨ sp3 ਹਾਈਬ੍ਰਿਡਾਈਜ਼ਡ ਹੁੰਦੀ ਆ, 4 ਆਰਬਿਟਲ ਹੁੰਦੇ ਆ ਉਹਦੇ ਵਿੱਚ, ਆਪਾਂ ਸਿਰਫ Px ਲੈਣਾ, Px ਆਰਬਿਟਲ ਲਿਆ। ਠੀਕ ਹੈ, ਹੁਣ ਜਿਹੜੇ ਚਾਰੇ ਦੇ ਚਾਰੇ ਐਲੀਮੈਂਟਸ ਨੇ, E ਹੋ ਗਿਆ, C2 ਹੋ ਗਿਆ, ਸਿਗਮਾ XZ, ਸਿਗਮਾ YZ, ਚਾਰੇ ਦੇ ਚਾਰੇ ਇਹ Px ਦੇ ਉੱਪਰ ਆਪਾਂ ਅਪਲਾਈ ਕਰਨੇ ਆ। ਹੁਣ ਇੱਕ ਗੱਲ ਦਾ ਧਿਆਨ ਰੱਖਿਓ, Px ਦੇ ਜਿਹੜੇ ਹੈ ਆਪਣੇ ਕੋਲੇ ਮਤਲਬ ਇੱਦਾਂ ਕਹਿ ਲਓ ਕਿ ਲੋਬਸ ਹੁੰਦੀਆਂ ਨੇ ਇਹਦੀਆਂ 2। ਠੀਕ ਹੈ, Px ਜਿਹੜਾ ਹੈ ਇੱਦਾਂ ਆਪਾਂ ਕਹਿ ਸਕਦੇ ਹਾਂ ਇਹਨੂੰ। ਠੀਕ ਹੈ, ਐਕਸ ਡਾਇਰੈਕਸ਼ਨ ਦੇ ਵਿੱਚ ਆ ਪਲੱਸ ਵਾਲੀ ਲੋਬ, ਆ ਮਾਈਨਸ ਵਾਲੀ ਲੋਬ। ਠੀਕ ਹੈ, ਹੁਣ ਇਹਦੀਆਂ ਲੋਬਸ ਨੇ। ਹੁਣ ਇਹਨੂੰ ਦੇਖੋ, ਇੱਥੇ ਜਦੋਂ ਆਪਾਂ E ਕਰਦੇ ਹਾਂ, ਜਦੋਂ E ਕੀਤਾ ਤਾਂ ਕੋਈ ਚੇਂਜ ਨਹੀਂ ਹੋਇਆ। ਹੁਣ ਇੱਥੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਆਪਾਂ +1 ਲਾਵਾਂਗੇ, ਕਦੋਂ ਲਾਵਾਂਗੇ? ਜਦੋਂ ਨਾ ਤਾਂ ਉਹਦੀ ਪੋਜੀਸ਼ਨ ਚੇਂਜ ਹੋਵੇ, ਨਾ ਹੀ ਉਹਦੀਆਂ ਲੋਬਸ ਦੇ ਸਾਈਨ ਚੇਂਜ ਹੋਣ, ਮਤਲਬ ਪਲੱਸ ਅਤੇ ਮਾਈਨਸ ਆਪਸ ਦੇ ਵਿੱਚ ਇੰਟਰਚੇਂਜ ਨਾ ਹੋਣ। ਜਿੱਦਾਂ ਪਲੱਸ ਅਤੇ ਮਾਈਨਸ ਉੱਥੇ ਰਹਿੰਦੇ ਜਿੱਥੇ ਪਹਿਲਾਂ ਨੇ, ਤਾਂ ਉੱਥੇ ਆਪਾਂ +1 ਲਾਵਾਂਗੇ। ਜੇ ਦੋਨੇ ਇੰਟਰਚੇਂਜ ਹੋ ਜਾਂਦੇ, ਪਲੱਸ ਦੀ ਥਾਂ 'ਤੇ ਮਾਈਨਸ, ਮਾਈਨਸ ਥਾਂ 'ਤੇ ਪਲੱਸ ਆ ਜਾਂਦਾ, ਤਾਂ ਆਪਾਂ -1 ਲਾਵਾਂਗੇ। ਜੇ ਇਹਦੀ ਪੋਜੀਸ਼ਨ ਹੀ ਚੇਂਜ ਹੋ ਜਾਂਦੀ ਆ ਤਾਂ ਸਾਈਨ ਵੀ ਚੇਂਜ ਹੋ ਜਾਂਦੇ, ਫਿਰ ਆਪਾਂ 0 ਲਾਵਾਂਗੇ। ਠੀਕ ਹੈ, ਤਾਂ ਪਹਿਲੀਆਂ 2 ਕੇਸਿਸ 'ਚ ਪੋਜੀਸ਼ਨ ਸੇਮ ਰਹੂਗੀ। ਠੀਕ ਹੈ, ਇਹਦੇ ਵਿੱਚ ਪੋਜੀਸ਼ਨ ਜਿਹੜੀ ਹੈ ਉਹ ਚੇਂਜ ਹੋ ਜੂਗੀ, ਇਹ ਚੀਜ਼ ਦਾ ਧਿਆਨ ਰੱਖਣਾ। ਹੁਣ ਜਿਵੇਂ ਆਪਾਂ E ਲਾਇਆ, ਠੀਕ ਹੈ, ਆ ਹੋ ਗਿਆ ਆਪਣਾ ਆਕਸੀਜਨ। ਮੰਨ ਲਓ ਜਿਹੜਾ Px ਹੈ ਉਹ ਇਸ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਆ ਪਲੱਸ ਲੋਬ ਹੈ, ਮਾਈਨਸ ਲੋਬ ਹੈ। ਤਾਂ ਸਭ ਤੋਂ ਪਹਿਲਾਂ E ਲਗਾਓ, E ਦੇ ਵਿੱਚ ਐਜ਼ ਇਟ ਇਜ਼ ਰਹਿ ਗਿਆ, ਸੇਮ ਰਹਿ ਗਿਆ। ਠੀਕ ਹੈ, ਕੋਈ ਚੇਂਜ ਨਹੀਂ ਹੋਈ, ਆਪਾਂ ਕੀਤਾ ਹੀ ਨਹੀਂ ਕੁਛ। ਤਾਂ ਇੱਥੇ ਕੀ ਲਾ ਲਿਆ ਆਪਾਂ 1। ਠੀਕ ਹੈ, ਇਹਨੂੰ ਆਪਾਂ ਬਰੈਕਟਸ ਦੇ ਵਿੱਚ ਲਿਖ ਲਓ। ਹੁਣ ਉਸ ਤੋਂ ਬਾਅਦ C2 ਲਗਾਈ ਆਪਾਂ। ਧਿਆਨ ਦਿਓ, C2 ਜਿਹੜੀ ਲਾਉਣੀ ਆ ਆਪਾਂ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਲਾਉਣੀ ਹੈ? Z ਡਾਇਰੈਕਸ਼ਨ ਦੇ ਵਿੱਚ। ਠੀਕ ਹੈ, C2 ਹਮੇਸ਼ਾ ਇਹਦੀ Z ਡਾਇਰੈਕਸ਼ਨ ਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ। ਸਾਈਨ ਕਨਵੈਨਸ਼ਨਾਂ ਆਪਾਂ ਕੀਤੀਆਂ ਸੀ ਸ਼ੁਰੂ ਦੇ ਵਿੱਚ। ਠੀਕ ਹੈ, ਹੁਣ Z ਡਾਇਰੈਕਸ਼ਨ ਇਹਦੀ ਮੰਨ ਲਓ ਹੈ ਉੱਪਰ ਨੂੰ। ਠੀਕ ਹੈ, ਇੱਧਰ ਨੂੰ ਹੈ X ਇਹਦੀ, ਇੱਧਰ ਨੂੰ X ਮੰਨ ਲਓ। ਠੀਕ ਹੈ, ਮਤਲਬ ਜਿਹੜਾ ਆਹ ਆਰਬਿਟਲ ਹੈ ਮੰਨ ਲਓ ਬਾਹਰ ਨੂੰ ਆ ਰਿਹਾ ਅਤੇ ਪਿੱਛੇ ਨੂੰ ਜਾ ਰਿਹਾ। ਠੀਕ ਹੈ, Z ਇਹਦੀ ਇੱਦਾਂ ਹੈ। ਠੀਕ ਹੈ, ਆਹ Z ਐਕਸਿਸ ਹੋ ਗਈ, ਇੱਧਰ ਨੂੰ ਹੋ ਗਿਆ Y ਆਪਣਾ। ਅਤੇ ਜਦੋਂ ਇਹਨੂੰ ਘੁਮਾਵਾਂਗੇ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਦੋਂ ਆਪਾਂ ਇਹਨੂੰ ਘੁਮਾਇਆ, ਠੀਕ ਹੈ, Z ਐਕਸਿਸ ਦੇ ਅਲੋਂਗ, ਠੀਕ ਹੈ, ਤਾਂ ਇੱਦਾਂ ਜਦੋਂ ਘੁਮਾਵਾਂਗੇ ਇਹਨੂੰ ਇੱਦਾਂ, ਤਾਂ ਜਿਹੜੀ ਲੋਬ ਉੱਪਰ ਨੂੰ ਆ ਰਹੀ ਹੈ ਪਲੱਸ ਵਾਲੀ ਉਹ ਨੀਚੇ ਚਲੀ ਜਾਊ, ਜਿਹੜੀ ਨੀਚੇ ਵਾਲੀ ਲੋਬ ਹੈ ਉਹ ਉੱਪਰ ਆ ਜੂਗੀ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਤਾਂ ਇਹਦੇ ਵਿੱਚ ਕੀ ਆ ਜੂ ਆਪਣੇ ਕੋਲ -1। ਠੀਕ ਹੈ, ਤਾਂ C2 ਦੇ ਵਿੱਚ ਕੀ ਆ ਗਿਆ -1। ਆਹ ਚੀਜ਼ ਦਾ ਧਿਆਨ ਰੱਖਿਓ, ਜਿਹੜੀ ਲੋਬ ਉੱਪਰ ਆ ਰਹੀ ਹੈ ਉਹ ਲੋਬ ਨੀਚੇ ਚਲੀ ਜਾਊਗੀ, ਜਿਹੜੀ ਲੋਬ ਨੀਚੇ ਹੈ ਉਹ ਲੋਬ ਉੱਪਰ ਆ ਜੂਗੀ। ਠੀਕ ਹੈ, ਇਹਨੂੰ ਸਮਝ ਵੀ ਸਕਦੇ ਹਾਂ ਆਪਾਂ। ਇਹਨੂੰ ਸਮਝਣ ਦੇ ਲਈ ਆਪਾਂ ਕੀ ਕਰਦੇ ਹਾਂ, ਮੰਨ ਲਓ ਹੈ ਆਪਣੇ ਕੋਲੇ, ਠੀਕ ਹੈ, ਆਹ ਆਕਸੀਜਨ ਹੈ। ਠੀਕ ਹੈ, ਇਹਦੇ ਵਿੱਚ ਆਪਾਂ ਆਹ ਮੰਨ ਕੇ ਚੱਲਦੇ ਹਾਂ ਵੀ ਆਹ ਲੋਬ ਹੈ ਜਿਹੜੀ ਉੱਪਰ ਨੂੰ ਆ ਰਹੀ ਹੈ। ਠੀਕ ਹੈ, ਇੱਦਾਂ ਇਹਦੇ ਵਿੱਚ ਜਾ ਨਹੀਂ ਰਹੀ ਹੈ, ਇੱਦਾਂ ਆਹ ਲੋਬ ਉੱਪਰ ਨੂੰ ਆ ਰਹੀ ਹੈ। ਠੀਕ ਹੈ, ਇੱਧਰ ਨੂੰ 2 ਹਾਈਡਰੋਜਨਾਂ ਲੱਗੀਆਂ ਹੋਈਆਂ ਨੇ ਇਸ ਸਾਈਡ ਨੂੰ, ਇੱਕ ਆਹ ਹਾਈਡਰੋਜਨ ਹੈ, ਇੱਕ ਆਹ ਹਾਈਡਰੋਜਨ ਹੈ। ਜਦੋਂ ਇਹਨੂੰ ਆਪਾਂ ਘੁਮਾਵਾਂਗੇ C2 'ਤੇ ਤਾਂ ਆਹ ਲੋਬ ਨੀਚੇ ਚਲੀ ਜਾਊ। ਦੇਖੋ, ਜਿਹੜੀ ਨੀਚੇ ਵਾਲੀ ਲੋਬ ਹੈ ਉਹ ਉੱਪਰ ਆ ਗਈ ਇੱਥੇ। ਠੀਕ ਹੈ, ਤਾਂ ਆਹ ਚੇਂਜ ਹੋ ਜਾਊਗਾ, ਪਲੱਸ ਵਾਲੀ ਮਾਈਨਸ ਦੀ ਬਣ ਜੂਗੀ, ਇੱਦਾਂ ਮਾਈਨਸ ਵਾਲੀ ਪਲੱਸ ਦੀ ਬਣ ਜੂਗੀ, ਤਾਂ ਉੱਪਰ। ਠੀਕ ਹੈ, ਤਾਂ ਉੱਥੇ ਆਪਾਂ ਕੀ ਲਾਇਆ -1। ਠੀਕ ਹੈ, ਤਾਂ C2 ਦੇ ਵਿੱਚ ਕੀ ਆ ਗਿਆ ਆਪਣਾ -1। ਇਸੇ ਤਰ੍ਹਾਂ ਹੀ ਸਿਗਮਾ ਵੀ ਕਿਹੜਾ ਲੈਣਾ ਆਪਾਂ XY ਦੇ ਵਿੱਚ। XY ਜਿਹੜਾ ਹੈ ਉਹ ਕਿੱਥੇ ਹੈ, ਇੱਕ ਮਿੰਟ, XZ ਹੈ, ਸੌਰੀ XZ। ਠੀਕ ਹੈ, XZ। ਹੁਣ X ਉੱਪਰ ਨੂੰ ਆ, Z ਇੱਧਰ ਨੂੰ ਆ, ਮਤਲਬ ਆਹ ਵਾਲਾ ਜਿਹੜਾ ਸਿਰਫ ਆਕਸੀਜਨ ਨੂੰ ਕੱਟਦਾ ਇਹਦੇ ਵਿੱਚ। ਠੀਕ ਹੈ, ਆਕਸੀਜਨ ਵਾਲਾ ਤਾਂ ਕੋਈ ਚੇਂਜ ਹੀ ਨਹੀਂ ਹੋਇਆ, ਆਕਸੀਜਨ ਦਾ ਜਿਹੜਾ ਹੈ ਉਹ ਉੱਥੇ ਹੀ ਰਹਿ ਗਿਆ। ਠੀਕ ਹੈ, ਉੱਪਰ ਵਾਲਾ ਉੱਪਰ, ਨੀਚੇ ਵਾਲਾ ਨੀਚੇ, ਤਾਂ ਉੱਥੇ ਕੀ ਲਾਵਾਂਗੇ ਆਪਾਂ ਪਲੱਸ। ਜਿਹੜਾ ਦੂਸਰਾ ਹੈ YZ ਕਿਹੜਾ ਹੋਇਆ, ਆਹ ਪਲੇਨ ਦੇ ਵਿੱਚ ਹੈ ਜਿਹੜਾ। ਠੀਕ ਹੈ, ਕਿਉਂਕਿ ਆਪਣਾ ਆਹ ਪਲੇਨ ਹੈ, ਪਲੇਨ ਤੋਂ ਉੱਪਰ ਨੂੰ ਪਲੱਸ ਵਾਲੀ ਲੋਬ ਹੈ, ਨੀਚੇ ਨੂੰ ਮਾਈਨਸ ਵਾਲੀ ਲੋਬ ਹੈ। ਜਦੋਂ ਫਲੈਕਸ਼ਨ ਲਵਾਂਗੇ ਤਾਂ ਪਲੱਸ ਵਾਲੀ ਨੀਚੇ ਚਲੀ ਜਾਊ, ਨੀਚੇ ਵਾਲੀ ਉੱਪਰ ਆ ਜਾਊਗੀ, ਤਾਂ ਉੱਥੇ ਵੀ ਆਪਣਾ ਕੀ ਆ ਜਾਊਗਾ -1। ਠੀਕ ਹੈ, ਤਾਂ ਇਹ ਚੀਜ਼ ਦਾ ਧਿਆਨ ਰੱਖਣਾ। ਆਹ ਚਾਰੇ ਚੀਜ਼ਾਂ ਆ ਗਈਆਂ। ਹੁਣ ਜਦੋਂ ਇਹ ਚਾਰੇ ਚੀਜ਼ਾਂ ਆ ਗਈਆਂ, ਠੀਕ ਹੈ, ਤਾਂ ਹੁਣ ਆਪਾਂ ਕੀ ਕਰਾਂਗੇ, ਇਹਨਾਂ ਚਾਰਾਂ ਨੂੰ ਇੱਦਾਂ ਲਿਖਾਂਗੇ ਮੈਟ੍ਰਿਕਸ ਫਾਰਮ ਦੇ ਵਿੱਚ। E ਦਾ 1, C2 ਦਾ -1, ਸਿਗਮਾ V ਦਾ 1, ਸਿਗਮਾ V' ਦਾ -1। ਠੀਕ ਹੈ, ਹੁਣ ਇਹ ਸੀਗਾ ਸਿੰਪਲੈਸਟ ਕੇਸ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਡਿਫੀਕਲਟ ਜੇ ਕਰੀਏ, ਜਾਂ ਜਿੰਨਾ ਕੁ ਵੀ ਤੁਹਾਡਾ ਰਿਜ਼ਲਟ ਕਰਦਾ ਉਹਨਾਂ ਕੁ ਡਿਫੀਕਲਟ ਕਰ ਲਓ। ਮੰਨ ਲਓ ਆਪਾਂ
ਵੱਧੋ ਵੱਧ ਡਿਫੀਕਲਟ ਕਰ ਲੈਣਾ ਵੀ ਤਿੰਨੇ ਐਟਮਸ ਲੈਣੇ ਆ ਵਾਟਰ ਦੇ, ਅਤੇ ਤਿੰਨਾਂ ਐਟਮਸ ਦਾ ਤਿੰਨਾਂ ਡਾਇਰੈਕਸ਼ਨਸ ਦੇ ਵਿੱਚ X Y Z ਦੇ ਵਿੱਚ ਸਾਰੇ ਆਰਬਿਟਲਸ ਲੈ ਲੈਂਦੇ ਹਾਂ। ਠੀਕ ਹੈ, ਤਾਂ ਉੱਥੇ ਆਪਣੇ ਕੋਲ ਕਿਉਂਕਿ 3 ਡਾਇਰੈਕਸ਼ਨਾਂ ਨੇ, 3 ਮੋਲੀਕਿਊਲਸ ਨੇ, ਤਾਂ ਤਿੰਨਾਂ ਦੀ ਮਲਟੀਪਲਾਈ ਕਿੰਨੀ ਹੋਗੀ 9, ਤਾਂ 9/9 ਦਾ ਆਪਣੇ ਕੋਲ ਜਿਹੜਾ ਹੈ ਮੈਟ੍ਰਿਕਸ ਬਣੂਗਾ। ਜਿਵੇਂ ਲਿਖਿਆ ਵੀ ਹੈ ਵੀ ਜਿਹੜਾ ਆਪਣਾ ਮੈਟ੍ਰਿਕਸ ਬਣੂਗਾ ਉਹ 9/9 ਦਾ ਬਣੂਗਾ। ਠੀਕ ਹੈ, ਤਾਂ ਇਹੋ ਜਿਹੇ ਹੋਰ ਵੀ ਮੈਟ੍ਰਿਕਸ ਬਹੁਤ ਬਣ ਸਕਦੇ ਆ, ਜਿੰਨੇ ਆਪਾਂ ਕੰਸੀਡਰ ਕਰਾਂਗੇ ਉਨੇ ਬਣ ਜਾਣਗੇ। ਜੇ ਮੰਨ ਲਓ ਆਪਾਂ 5 ਆਰਬਿਟਲ ਕੰਸੀਡਰ ਕੀਤਾ ਤਾਂ 5/5 ਦਾ ਬਣ ਜੂਗਾ 1 ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਜੇ ਆਪਾਂ ਮਤਲਬ ਜਿੰਨੇ ਵੀ ਆਪਾਂ ਐਟਮਸ ਕੰਸੀਡਰ ਕਰਾਂਗੇ ਉਨਾ ਉਹਦਾ ਜਿਹੜਾ ਹੈ ਉਨੇ ਬਾਏ ਉਨੇ ਦਾ ਮੈਟ੍ਰਿਕਸ ਜਿਹੜਾ ਹੈ ਉਹ ਬਣ ਜੂਗਾ, ਡਾਇਮੈਂਸ਼ਨੈਲਿਟੀ ਉਹਦੀ ਉਨੀ ਹੋ ਜੂਗੀ। ਠੀਕ ਹੈ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਇਹ ਮੈਟ੍ਰਿਕਸ ਦੇ ਸਾਰੇ ਮੈਟ੍ਰਿਕਸ ਦਾ ਸੈੱਟ। ਠੀਕ ਹੈ, ਜਿਵੇਂ ਹੁਣ 4 1/1 ਦੇ ਮੈਟ੍ਰਿਕਸ ਬਣ ਗਏ ਆਪਣੇ ਕੋਲ। ਠੀਕ ਹੈ, ਚਾਰਾਂ ਦਾ ਸੈੱਟ ਹੈ ਜਿਹੜਾ, ਇਹਨੂੰ ਆਪਾਂ ਕੀ ਕਹਾਂਗੇ, ਇੱਕ ਰਿਪਰਜ਼ੈਂਟੇਸ਼ਨ। ਇਹੋ ਜਿਹੀਆਂ ਬਹੁਤ ਸਾਰੀਆਂ ਰਿਪਰਜ਼ੈਂਟੇਸ਼ਨਸ ਹੋਣਗੀਆਂ, ਮਤਲਬ ਇਹ ਸਾਰੇ ਦੇ ਸਾਰੇ ਮੈਟ੍ਰਿਕਸ ਨੇ ਜਿਹੜੇ ਇਹਨਾਂ ਦਾ ਸੈੱਟ। ਠੀਕ ਹੈ, ਜਿਹਦੇ ਨਾਲ ਆਪਾਂ ਇਹਨਾਂ ਐਲੀਮੈਂਟਸ ਨੂੰ ਰਿਪਰਜ਼ੈਂਟ ਕਰ ਸਕਦੇ ਹਾਂ, ਇਹਨਾਂ ਦੇ ਆਰਬਿਟਲਸ ਨੂੰ, ਕਿਸੇ ਵੀ ਐਟਮ ਦੇ ਜਾਂ ਮੋਲੀਕਿਊਲ ਦੇ ਆਰਬਿਟਲਸ ਨੂੰ ਰਿਪਰਜ਼ੈਂਟ ਕਰ ਸਕਦੇ ਹਾਂ, ਜਾਂ ਈਵਨ ਐਟਮਸ ਨੂੰ ਵੀ ਰਿਪਰਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਤਾਂ ਇਹ ਸਾਰੇ ਮੈਟ੍ਰਿਕਸ ਦਾ ਸੈੱਟ ਹੋ ਗਿਆ ਜਿਹੜਾ, ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਇੱਕ ਰਿਪਰਜ਼ੈਂਟੇਸ਼ਨਸ। ਜਿੰਨੇ ਆਪਾਂ ਲਵਾਂਗੇ ਆਰਬਿਟਲਸ ਵਗੈਰਾ ਉਨੀ ਹੀ ਇਹ ਰਿਪਰਜ਼ੈਂਟੇਸ਼ਨਸ ਬਣ ਜਾਣਗੀਆਂ। ਠੀਕ ਹੈ, ਤਾਂ ਬਹੁਤ ਜ਼ਿਆਦਾ ਇਨਫਾਈਨਾਈਟ ਨੰਬਰ ਆਫ ਰਿਪਰਜ਼ੈਂਟੇਸ਼ਨਸ ਆਪਾਂ ਇਹਨਾਂ ਤੋਂ ਬਣਾ ਸਕਦੇ ਹਾਂ। ਠੀਕ ਹੈ, ਹੁਣ ਇਹ ਕੀ ਦੇਖਣ 'ਚ ਆਇਆ ਵੀ ਇਹ ਜਿਹੜੀਆਂ ਹੈ ਰਿਪਰਜ਼ੈਂਟੇਸ਼ਨਸ, ਜਿਵੇਂ ਹੁਣ ਆਪਣੇ ਕੋਲ ਇੱਕ ਹੁੰਦਾ ਗਰੁੱਪ ਮਲਟੀਪਲੀਕੇਸ਼ਨ ਟੇਬਲ। ਠੀਕ ਹੈ, ਗਰੁੱਪ ਮਲਟੀਪਲੀਕੇਸ਼ਨ ਟੇਬਲ ਮੈਂ ਇੱਥੇ ਬਣਾ ਲੈਣਾ 1 ਮਿੰਟ। ਹਾਂਜੀ, ਇਹ ਜਿਹੜਾ ਗਰੁੱਪ ਮਲਟੀਪਲੀਕੇਸ਼ਨ ਟੇਬਲ ਹੈ ਇਹਦੇ ਵਿੱਚ ਦੇਖੋ ਕੀ ਹੈ, E ਨੂੰ E ਨਾਲ ਮਲਟੀਪਲਾਈ ਕੀਤਾ E, ਜਾਂ ਕਹਿ ਲਓ E ਨੂੰ ਕਿਸੇ ਨਾਲ ਵੀ ਮਲਟੀਪਲਾਈ ਕਰ ਲਓ ਉਹੀ ਚੀਜ਼ ਬਣ ਜਾਊ। ਇਹੀ ਚੀਜ਼ ਇੱਧਰ ਆ ਗਈ, ਇਹੀ ਚੀਜ਼ ਇੱਧਰ ਆ ਗਈ। ਠੀਕ ਹੈ, E ਨੂੰ ਕਿਸੇ ਨਾਲ ਵੀ ਮਲਟੀਪਲਾਈ ਕਰ ਦਿਓ ਉਹੀ ਚੀਜ਼ ਬਣ ਜਾਊ। ਹੁਣ C2 ਨੂੰ C2 ਨਾਲ ਮਲਟੀਪਲਾਈ ਕਰਾਂਗੇ E, ਸਿਗਮਾ V ਨੂੰ ਸਿਗਮਾ V ਨਾਲ ਕਰਾਂਗੇ E, ਸਿਗਮਾ V ਡੈਸ਼ ਨੂੰ ਸਿਗਮਾ V ਡੈਸ਼ ਨਾਲ ਕਰਾਂਗੇ ਉੱਥੇ ਵੀ E। ਠੀਕ ਹੈ, ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਵੀ ਸਾਰੇ ਕਮਿਊਟੇਟਿਵ ਨੇ। ਠੀਕ ਹੈ, C2 ਨੂੰ ਜੇ ਸਿਗਮਾ V ਨਾਲ ਕਰਾਂਗੇ ਤਾਂ ਉੱਥੇ ਸਿਗਮਾ V ਡੈਸ਼ ਆ ਜਾਊਗਾ, ਤੀਸਰਾ ਐਲੀਮੈਂਟ ਆ ਜਾਊਗਾ। ਇਸੇ ਤਰ੍ਹਾਂ ਹੀ C2 ਨੂੰ ਜੇ ਸਿਗਮਾ V ਡੈਸ਼ ਨਾਲ ਕਰਾਂਗੇ ਤਾਂ ਉੱਥੇ ਸਿਗਮਾ V ਆ ਜਾਊਗਾ। ਇਸੇ ਤਰ੍ਹਾਂ ਹੀ ਆਪਾਂ ਗਰੁੱਪ ਮਲਟੀਪਲੀਕੇਸ਼ਨ ਟੇਬਲ ਜਿਹੜਾ ਹੈ ਇਹ ਜਨਰੇਟ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਇੱਕ ਚੀਜ਼ ਵੀ ਆਈ ਹੈ ਵੀ ਗਰੁੱਪ ਮਲਟੀ ਨੰਬਰਸ set of quantities or numbers obeying the group multiplication table of a point group। ਹੁਣ ਆ point group C2V ਦਾ group multiplication table ਹੈ। ਠੀਕ ਹੈ, ਇਹਨੂੰ ਇਹ ਓਬੇ ਕਰਨਾ ਚਾਹੀਦਾ। ਹੁਣ ਜਿਵੇਂ ਆਪਾਂ ਉੱਪਰ ਫਾਈਂਡ ਆਊਟ ਕੀਤੇ ਸੀ। ਠੀਕ ਹੈ, ਹੁਣ ਇੱਥੋਂ ਆਪਾਂ ਰੈਂਡਮਲੀ ਲੈ ਲੈਂਦੇ ਹਾਂ C2 ਸਿਗਮਾ V। ਠੀਕ ਹੈ, ਇਹ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਲੈ ਕੇ ਦੇਖ ਲਿਓ। C2 ਅਤੇ ਸਿਗਮਾ V, C2 ਦੇ ਵਿੱਚ ਕੀ ਆ -1, ਸਿਗਮਾ V ਦੇ ਵਿੱਚ ਕੀ ਆ 1, ਦੋਨਾਂ ਦੀ ਮਲਟੀਪਲਾਈ ਕਰੋ ਕੀ ਆ ਗਿਆ -1। ਠੀਕ ਹੈ, ਹੁਣ ਇੱਥੇ ਆਓ, C2 ਜਿਹੜਾ ਮੂਹਰੇ ਰੱਖਣਾ ਇੱਧਰ ਲੈਣਾ, ਜਿਹੜਾ ਪਿੱਛੇ ਰੱਖਣਾ ਇੱਧਰ ਲੈਣਾ। C2 ਇੰਟੂ ਸਿਗਮਾ V ਕੀ ਆਇਆ ਸਿਗਮਾ V ਡੈਸ਼। ਹੁਣ ਸਿਗਮਾ V ਡੈਸ਼ ਦਾ ਕੀ ਆ -1, ਦੋਨਾਂ ਦੀ ਗੁਣਾ ਕਰਕੇ ਕੀ ਆਇਆ ਸੀ -1, ਉਹੀ ਇਹਦਾ ਆ ਰਿਹਾ, ਤਾਂ ਦੋਨਾਂ ਦੀ ਗੁਣਾ ਇਹਦੇ ਬਰਾਬਰ ਆ ਗਈ। ਠੀਕ ਹੈ, ਚਾਹੇ ਅੱਗੇ ਕਰ ਲਓ C2 ਇੰਟੂ C2 ਕਿੰਨਾ -1 ਇੰਟੂ -1 ਇਜ਼ ਇਕੁਅਲ ਟੂ 1। ਠੀਕ ਹੈ, 1 ਹੁਣ ਕਿਹਦਾ E ਦਾ, ਤਾਂ C2 ਇੰਟੂ C2 ਕੀ ਆ ਗਿਆ E। ਠੀਕ ਹੈ, ਸਿੰਪਲ, ਕੋਈ ਚੱਕਰ ਨਹੀਂ ਹੈਗਾ। ਹੁਣ ਉਹੀ ਚੀਜ਼ ਅੱਗੇ ਫਿਰ ਰਿਪਰਜ਼ੈਂਟੇਸ਼ਨਸ ਨੇ ਜਿਹੜੀਆਂ ਉਹਨਾਂ ਨੇ 2 ਫਾਰਮ, ਤਾਂ ਹੁਣ ਇਹੋ ਜਿਹੀਆਂ ਰਿਪਰਜ਼ੈਂਟੇਸ਼ਨ ਜਿਹੜੀਆਂ ਮਤਲਬ ਆਪਾਂ ਕਰ ਸਕਦੇ ਹਾਂ ਵੀ ਸਾਰੀਆਂ ਕੰਮ ਦੀਆਂ ਨਹੀਂ ਹੈਗੀਆਂ। ਆਪਾਂ ਰਿਪਰਜ਼ੈਂਟੇਸ਼ਨ ਜਿੰਨੀਆਂ ਵੀ ਆਪਾਂ ਬਣਾਵਾਂਗੇ ਇਨਫਾਈਨਾਈਟ ਬਣਨਗੀਆਂ, ਉਹਨਾਂ 'ਚ ਕੁਛ ਕੰਮ ਦੀਆਂ ਨੇ। ਠੀਕ ਹੈ, ਜਿਹੜੀਆਂ ਆਪਣੇ ਕੰਮ ਦੀਆਂ ਨੇ, ਮਤਲਬ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਦੇ ਵਿੱਚ ਕੋਈ ਹੋਰ ਰਿਪਰਜ਼ੈਂਟੇਸ਼ਨ ਨਹੀਂ ਹੈਗੀ, ਜਾਂ ਉਹਨੂੰ ਆਪਾਂ ਫਰਦਰ ਤੋੜ ਨਹੀਂ ਸਕਦੇ ਕਿਸੇ ਹੋਰ ਰਿਪਰਜ਼ੈਂਟੇਸ਼ਨਸ ਦੇ ਵਿੱਚ। ਠੀਕ ਹੈ, ਤਾਂ ਉਹ ਜਿਹੜੀਆਂ ਰਿਪਰਜ਼ੈਂਟੇਸ਼ਨਸ ਨੇ ਉਹ ਹੋਣਗੀਆਂ ਇਰਰੀਡਿਊਸੀਬਲ, ਮਤਲਬ ਜਿਨ੍ਹਾਂ ਨੂੰ ਰਿਡਿਊਸ ਨਾ ਕੀਤਾ ਜਾ ਸਕੇ ਫਰਦਰ, ਇਰਰੀਡਿਊਸੀਬਲ ਰਿਪਰਜ਼ੈਂਟੇਸ਼ਨਸ। ਅਤੇ ਇਹੋ ਜਿਹੀਆਂ ਰਿਪਰਜ਼ੈਂਟੇਸ਼ਨ ਜਿਹੜੀਆਂ ਇਰਰੀਡਿਊਸੀਬਲ ਰਿਪਰਜ਼ੈਂਟੇਸ਼ਨਸ ਦੀ ਗੁਣਾ ਕਰਕੇ ਉਹਨਾਂ ਨੂੰ ਐਡ ਕਰਕੇ ਸਬਟਰੈਕਟ ਕਰਕੇ ਜਿਵੇਂ ਵੀ ਮਤਲਬ ਉਹਨਾਂ ਤੋਂ ਬਣ ਜਾਣ। ਠੀਕ ਹੈ, ਉਹ ਸਾਰੀਆਂ ਰਿਪਰਜ਼ੈਂਟੇਸ਼ਨਸ ਜਿਹੜੀਆਂ ਹੋਣਗੀਆਂ ਰਿਡਿਊਸੀਬਲ ਰਿਪਰਜ਼ੈਂਟੇਸ਼ਨਸ ਹੋਣਗੀਆਂ। ਤਾਂ ਰਿਪਰਜ਼ੈਂਟੇਸ਼ਨ ਆਪਣੀਆਂ 2 ਤਰ੍ਹਾਂ ਦੀਆਂ ਨੇ। ਅਗਲਾ ਲੈਕਚਰ ਜਿਹੜਾ ਹੈ ਆਪਣਾ ਸਾਰਾ ਉਹ ਰਿਪਰਜ਼ੈਂਟੇਸ਼ਨਸ 'ਤੇ ਹੀ ਬੇਸਡ ਹੋਊਗਾ। ਰਿਪਰਜ਼ੈਂਟੇਸ਼ਨਸ ਰਿਡਿਊਸੀਬਲ ਕਿਵੇਂ ਬਣਾਉਣੀਆਂ ਨੇ, ਕਿਵੇਂ ਉਹਨਾਂ ਨੂੰ ਰਿਡਿਊਸ ਕਰਨਾ। ਠੀਕ ਹੈ, ਅਤੇ ਜੋ ਕਿ ਮਤਲਬ ਉਹ ਜਿਹੜਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹਦਾ ਵੀ ਨਿਊਮੈਰੀਕਲ ਆਉਂਦਾ ਹੁੰਦਾ। ਠੀਕ ਹੈ, ਤਾਂ ਅੱਜ ਦੇ ਲੈਕਚਰ ਇੱਥੇ ਆਪਾਂ ਖ਼ਤਮ ਕਰਦੇ ਹਾਂ। ਠੀਕ ਹੈ, ਅਤੇ ਇਹੀ ਜਿਹੜਾ ਹੈ ਆਪਣਾ ਮਤਲਬ ਰਿਡਿਊਸੀਬਲ ਅਤੇ ਇਰਰੀਡਿਊਸੀਬਲ ਆਪਾਂ ਫਰਦਰ ਕੰਟੀਨਿਊ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਠੀਕ ਹੈ, ਥੈਂਕ ਯੂ।